लैके बहुत चर्चा हुंदी है। अक्सर कहा जाता है कि स्टेज ते कोई खास विचारधारा प्रवेल ना करे, ये संयुक्त रहनी चाहिए है। शुरुआत दे विच गल्लां होईयां कि कामरेड जो संस्थावां ने, जो ऑर्गेनाइजेशन नाल जुड़ियां, उन्हां दा दबदबा है। फिर पंथक लोकां दी गल होई तां ये तब्दीली आउंदी गई है। बहुत स्टेज तो कई बारी बहुत सारियां ऐसियां गल्लां हुंदियां है जिन्हां ते विवाद बन जांदे, एतराज भी हुंदे है, पर अक्सर उन्हां गल्लां नूं अनगौलिया करके एक लड़ी दे विच इस संघर्ष नूं परो के पंजाब दा हर बंदा तुर रहा है। पर बहुत सारियां गल्लां जिन्हां ते चर्चा होनी लाजमी है। साडे नाल मनजीत सिंह राय साहब, भारतीय किसान यूनियन दुआबा तो। सत श्री अकाल जी, बहुत बहुत स्वागत है। सत श्री अकाल जी, तुहाडा मक्कर साहब बहुत बहुत धन्नवाद भी करते हैं कि तुसीं साडी गल लोगों तक लिजाने हो। बहुत बहुत धन्नवाद तुहाडा जी। राय साहब, जिन्नियां जथेबंदियां उहदे च कामरेड जथेबंदियां भी हर तरह की विचारधारा है, इकट्ठी होके अजे तक तो चल रही है। किसी खास विचारधारा का दबदबा भी है जी? नहीं, इत्थे दबदबा इक्को ही है जी, एकता का दबदबा है। और वो साडियां जिन्नियां 30 पहला चलियां सन, हुण साडियां 32 आ ते 32 दा दबदबा है। ये तो होर कोई दबदबा नहीं, बिल्कुल इकट्ठे हैं सारे, एकजुट हैं। ये गल्लां जरूर कई बारी आ जांदियां निकल के भी शायद जी ये कई बारी हुंदा ना भी आपो अपने झंडे लैके आउणियां जथेबंदियां। किसी दिन लाल झंडे वध हो सकते आ, किसी दिन हरे वध हो सकते आ, ते किसी दिन जिद्दां तुसीं कहा कि पंथक ते साडे पंथक आगू आ जांदे ने, ਉਹ ਇੱਕ ਇਸ ਤਰ੍ਹਾਂ ਦਾ ਰੰਗ ਲੱਗਣ ਲੱਗ ਪੈਂਦਾ। ਪਰ ਨਹੀਂ, ਜਿੰਨੇ ਪੰਥਕ ਆਗੂ ਆਏ ਨੇ ਉਹਨਾਂ ਨੇ ਵੀ ਇਹ ਅਪੀਲ ਕੀਤੀ ਹੈ ਕਿ ਬਿਲਕੁਲ ਜਥੇਬੰਦੀਆਂ ਦੇ ਨਾਲ ਰਹੋ, ਜਥੇਬੰਦੀਆਂ ਦੇ ਨਾਲ ਚੱਲੋ। ਜਿਹੜੇ ਕਾਮਰੇਡ ਨੇ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਭਾਈ ਤੁਸੀਂ ਨਾਲ ਰਹੋ। ਜਿਹੜੇ ਹੋਰ ਯੂਨੀਅਨਾਂ ਵਾਲੇ ਨੇ, ਕਿਸਾਨ ਯੂਨੀਅਨ ਵਾਲੇ, ਉਹਨਾਂ ਨੇ ਵੀ ਕਿਹਾ ਕਿ ਆਪਾਂ ਇਕਜੁੱਟ ਹੋ ਕੇ ਚੱਲਣਾ। ਚਾਹੇ ਕੋਈ ਕਾਮਰੇਡ ਦਾ ਰੰਗ ਦੇਣਾ ਚਾਹੁੰਦਾ, ਪਰ ਨਹੀਂ, ਇੱਥੇ ਕਾਮਰੇਡੀ ਰੰਗ ਨਹੀਂ, ਇੱਥੇ ਕਿਸਾਨੀ ਦਾ ਰੰਗ ਹੈ। ਬੱਤੀਆਂ ਚੋਂ ਪੰਥਕ ਮੈਨੂੰ ਲੱਗਦਾ ਕੋਈ ਹੋਣਾ ਪੰਥਕ ਹੈ ਜੀ? ਇਹ ਕਹਿ ਸਕਦੇ ਹੋ ਕਿ 50-50 ਹੈ। ਇਸ ਕਰਕੇ ਵਧੀਆ ਸੁਮੇਲ ਬਣਿਆ ਹੋਇਆ। ਜਿਹਦੇ ਅੰਦਰ ਮੀਟਿੰਗ 'ਚ ਡਿਸਕਸ ਹੁੰਦੀਆਂ ਇਹ ਚੀਜ਼ਾਂ, ਕਦੇ ਕੋਈ ਕਨਫਲਿਕਟ ਇਹੋ ਜਿਹਾ ਆਉਂਦਾ ਕਿ ਚਾਹੇ ਜਿਵੇਂ ਹੁਣ ਜਿਹੜੇ ਗੈਰ ਪੰਥਕ ਨੇ ਜਾਂ ਜਿਹੜੇ ਪੰਥਕ ਨੇ ਆਪਸ 'ਚ ਉਹਨਾਂ ਦਾ ਕੋਈ ਇਸ ਗੱਲ ਤੇ ਕਨਫਲਿਕਟ ਨਹੀਂ? ਕਿਤੇ ਛੋਟੀ ਮੋਟੀ ਇੱਕ ਦੋ ਵਾਰ ਗੱਲ ਹੋਈ ਹੋਏਗੀ, ਪਰ ਨਹੀਂ ਜ਼ਿਆਦਾਤਰ। ਉਹ ਮੈਂ ਇਹ ਕਹਾਂਗਾ ਕਿ ਇਹ ਇਸ਼ਾਰਾ ਜਾਂਦਾ ਹੁੰਦਾ ਕਈ ਵਾਰੀ ਸਾਡੇ ਕਾਮਰੇਡ ਵੀਰਾਂ ਵੱਲ ਨੂੰ, ਭਈ ਉਹ ਸ਼ਾਇਦ। ਮੈਂ ਤਾਂ ਖੁੱਲ ਕੇ ਪੁੱਛ ਰਿਹਾ ਅੱਜ। ਮੈਂ ਕਿਉਂਕਿ ਮੈਂ ਖੁੱਲ ਕੇ ਨਹੀਂ ਕਹਿ ਸਕਦਾ, ਮੈਂ ਇੱਕ ਬੰਦਿਸ਼ 'ਚ ਵੱਜਾ ਹੋਇਆ। ਪਰ ਮੈਂ ਇਹ ਗੱਲ ਕਹਾਂਗਾ ਕਿ ਕਈ ਵਾਰੀ ਇਸ਼ਾਰਾ ਉਹਨਾਂ ਵੱਲ ਚੱਲਿਆ ਜਾਂਦਾ, ਪਰ ਉਹ ਵੀਰ ਬੜੇ ਸਿਆਣੇ ਨੇ। ਜੇ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਸ਼ਹੀਦੀਪੁਰ ਮਨਾਉਣੇ ਨੇ, ਉਹ ਸਭ ਤੋਂ ਅੱਗੇ ਹੋ ਕੇ ਉਹ ਚੱਲੇ ਨਾਲ। ਤੇ ਜੇ ਉਹਨਾਂ ਨੂੰ ਕਿਹਾ ਕੱਲ ਨਗਰ ਕੀਰਤਨ ਸਜਾਉਣਾ ਹੈ ਤਾਂ ਵੀ ਅੱਗੇ ਹੋ ਕੇ ਚੱਲੇ। ਫਿਰ ਆਪਾਂ ਇਹਨੂੰ ਕਿਵੇਂ ਕਹਿ ਸਕਦੇ ਹਾਂ ਕਿ ਆਪਾਂ ਵੱਖ-ਵੱਖ ਹਾਂ, ਸਾਰੇ ਇਕੱਠੇ ਹਾਂ? ਇਹ ਬੜੀ ਇਸ ਵਾਰ ਵਧੀਆ ਗੱਲ ਹੋਈ ਮੱਕੜ ਸਾਹਿਬ। ਮੈਂ ਇਹ ਕਹਾਂਗਾ ਕਿ ਇਸ ਅੰਦੋਲਨ ਨੇ ਇੱਕ ਜਿਹੜੀ ਸਾਂਝ ਪੈਦਾ ਕੀਤੀ ਹੈ, ਉਹ ਕਹਿ ਦਿਓ ਕਿ ਇੱਕ ਅਨੋਖੀ ਸਾਂਝ ਹੈ। ਉਹ ਵਿਲੱਖਣ ਗੱਲ ਹੈ ਕਿ ਅੱਜ ਹਰ ਇੱਕ ਧਾਰਾ ਦਾ ਬੰਦਾ ਇੱਥੇ ਆ ਕੇ ਇੱਕੋ ਧਾਰਾ 'ਚ ਆ ਗਿਆ, ਵੱਜ ਗਿਆ। ਉਹ ਕਿਸਾਨੀ ਧਾਰਾ 'ਚ ਵੱਜ ਗਿਆ, ਉਹ ਪਿਆਰ ਦੀ ਧਾਰਾ 'ਚ ਵੱਜ ਗਿਆ। ਇੱਕ ਪਿਆਰ ਬਣ ਗਿਆ ਸਾਰਿਆਂ ਦਾ। ਸਟੇਜ ਤੋਂ ਅੱਜ ਤੁਸੀਂ ਕਿਹਾ ਸੀਗਾ ਕਿ ਕਈਆਂ ਦੇ ਮਗਰ ਨਾ ਲੱਗੋ, ਉਹਦਾ ਮਤਲਬ ਕੀ ਸੀਗਾ? ਦੇਖੋ, ਇੱਥੇ ਵੱਖ-ਵੱਖ ਬੁਲਾਰੇ ਆਉਂਦੇ ਹੈ, ਹਰ ਇੱਕ ਦੀ ਆਪੋ ਆਪਣੀ ਭਾਵਨਾ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰੀ ਤੱਤੀ ਭਾਵਨਾ ਨਾਲ, ਕਿਉਂਕਿ ਨੌਜਵਾਨ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਸੋਚ ਨਹੀਂ ਰੱਖਦੇ, ਕਿਉਂਕਿ ਹੋਸ਼ ਜ਼ਿਆਦਾ ਰੱਖਦੇ ਨੇ। ਤੇ ਹੋਸ਼ 'ਚ ਆ ਕੇ, ਕਿਉਂਕਿ ਖੂਨ ਦੀ ਗਰਮੀ ਹੁੰਦੀ ਹੈ, ਜਦੋਂ ਬੰਦਾ ਸਿਆਣਾ ਹੁੰਦਾ ਖੂਨ ਦੀ ਗਰਮੀ ਘਟਦੀ ਹੈ, ਤੇ ਉਹਨੂੰ ਤਾਂ ਹੀ ਕਹਿੰਦੇ ਸਿਆਣਾ ਜੀ। ਇਹ ਹੁੰਦਾ ਤੇ ਬੁੜਾ ਹੈ, ਵੈਸੇ ਬਜ਼ੁਰਗ ਹੁੰਦਾ ਹੈ, 올ਡ ਏਜ ਕਿਹਾ ਜਾ ਸਕਦਾ, ਪਰ ਉਹਨੂੰ ਸਿਆਣਾ ਸ਼ਬਦ ਕਿਉਂ ਵਰਤਦੇ ਆ? ਸਿਆਣਾ ਇਸ ਕਰਕੇ ਵਰਤਦੇ ਆ ਕਿ ਉਹ ਸਿਆਣੀਆਂ ਗੱਲਾਂ ਕਰਨ ਲੱਗ ਪੈਂਦਾ, ਉਹ ਹੋਸ਼ ਦੀਆਂ ਗੱਲਾਂ ਕਰਨ ਲੱਗ ਪੈਂਦਾ। ਤੇ ਜੋਸ਼ 'ਚ ਆ ਕੇ ਕਿਤੇ ਨਾ ਕਿਤੇ ਕ੍ਰੋਧ 'ਚ, ਕਿਉਂਕਿ ਬਾਣੀ 'ਚ ਵੀ ਸ਼ਬਦ ਹੈ ਕਾਮ, ਕ੍ਰੋਧ, ਮੋਹ, ਲੋਭ, ਇਹਨਾਂ ਚੀਜ਼ਾਂ ਤੋਂ ਬਚੋ। ਤੇ ਜਿਹੜਾ ਜੋਸ਼ ਹੈ ਇਹ ਕਿਤੇ ਨਾ ਕਿਤੇ ਕ੍ਰੋਧ ਨੂੰ ਉਜਾਗਰ ਕਰਦਾ ਹੈ। ਤੇ ਜਦੋਂ ਬੰਦਾ ਕ੍ਰੋਧ 'ਚ ਆ ਕੇ ਕੋਈ ਗੱਲ ਸਟੈਪ ਚੱਕੇਗਾ ਤੇ ਉਹ ਘਾਤਕ ਹੋਏਗਾ, ਨੁਕਸਾਨਦੇਹ ਹੋਏਗਾ। ਇਸ ਕਰਕੇ ਆਪਣੀ ਆਪਣੀ ਭਾਵਨਾ ਉਜਾਗਰ ਨਾ ਕਰੋ। ਇਹ ਜਿਹੜੇ ਉਹ ਲੋਕ ਆ ਕੇ ਆਪੋ ਆਪਣੀ ਭਾਵਨਾ ਇੱਥੇ ਰੱਖਦੇ ਨੇ, ਔਰ ਉਹ ਕਹਿੰਦੇ ਨੇ ਕਿ ਸਾਡੀ ਭਾਵਨਾ ਨਾਲ ਜਿਹੜੇ ਕਿਸਾਨ ਆਗੂ ਚੱਲਣ, ਇਸ ਅੰਦੋਲਨ ਨੂੰ ਚਲਾਉਣ, ਇਹ ਉਹਨਾਂ ਵੱਲ ਇਸ਼ਾਰਾ ਸੀ ਕਿ ਮੇਰੇ ਵੀਰੋ, ਇੱਥੇ ਉੜਦੇ ਪੰਛੀਆਂ ਮਗਰ ਨਹੀਂ ਲੱਗਣਾ। ਕੇਵਲ ਤਾਂ ਕੇਵਲ ਤੁਸੀਂ ਜਿਹੜੇ ਕਿਸਾਨੀ ਲੋਕ ਨੇ, ਜਿਹੜੇ ਕਿਸਾਨੀ ਆਗੂ ਨੇ, ਉਹਨਾਂ ਦੀ ਭਾਵਨਾ ਦੇ ਨਾਲ ਆਪਾਂ ਇਸ ਅੰਦੋਲਨ ਨੂੰ ਸ਼ਾਂਤਮਈ ਅੱਗੇ ਲੈ ਕੇ ਜਾਣਾ। ਕੀ ਉਹ ਜਿਹੜੇ ਪਪੂਲਰ ਚਿਹਰੇ ਨੇ, ਜਿਹੜੇ ਚਿਹਰੇ ਸੋਸ਼ਲ ਤੇ ਬਹੁਤ ਜ਼ਿਆਦਾ ਚੱਲਦੇ ਆ, ਉਹਨਾਂ ਵੱਲ ਇਸ਼ਾਰਾ ਕਰ ਰਹੇ ਹੋ? ਨਹੀਂ, ਸਾਰਿਆਂ ਵੱਲ ਹੀ ਹੈ। ਆਪਾਂ ਸਾਰਿਆਂ ਵੱਲ ਹੀ ਕਵਾਂਗੇ। ਮੈਂ ਦੱਸਾਂ, ਇੱਕ ਦਿਨ ਇੱਕ ਬੀਬੀ, ਮੈਂ ਨਾਂ ਨਹੀਂ ਜਾਣਦਾ, ਉਹ ਇੱਥੇ ਬੋਲ ਗਈ ਬੜਾ ਤੱਤਾ
ਇਸ ਕਰਕੇ ਆਪਾਂ ਕਈ ਹੈਗੇ ਆਗੂ ਇੱਥੇ ਬੋਲ ਕੇ ਗਏ ਨੇ, ਕਈ ਪੰਥਕ ਆਗੂ ਵੀ ਬੋਲ ਗਏ ਨੇ। ਅੱਜ ਇੱਕ ਪੰਥਕ ਆਗੂ ਬੋਲੇ ਸਨ, ਮੈਂ ਉਹਨਾਂ ਦੇ ਵੱਲ ਵੀ ਇਹ ਇਸ਼ਾਰਾ ਸੀ, ਉਹਨਾਂ ਨੇ ਆਉਂਦਿਆਂ 84 ਦੀ ਗੱਲ ਸ਼ੁਰੂ ਕੀਤੀ। ਇਸ ਕਰਕੇ ਆਪਾਂ ਲੱਗਦਾ ਨਹੀਂ ਹੋਣੀ ਚਾਹੀਦੀ ਇੱਥੋਂ, ਹਾਂ ਉਹ ਨਹੀਂ ਹੋਣੀ ਚਾਹੀਦੀ। 84 ਦੀ ਗੱਲ ਤੁਹਾਨੂੰ ਲੱਗਦਾ ਕਿ ਇਸ ਸਟੇਜ ਤੋਂ ਨਹੀਂ ਹੋਣੀ ਚਾਹੀਦੀ? ਨਹੀਂ, ਅੱਜ ਮੁੱਦਾ ਕਿਸਾਨੀ ਦਾ ਹੈ ਇਹਨੂੰ, ਕਿਉਂਕਿ ਉਹ ਫੜਨਾ ਚਾਹੁੰਦੇ ਨੇ, ਉਹ ਗੱਲ ਨੂੰ ਇਹਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ। ਜਿਹੜੇ ਉੱਥੇ ਦਿੱਲੀ 'ਚ ਬੈਠੇ ਨੇ ਉਹ ਬੜੇ ਚਾਣਕੀਆ ਨੀਤੀ ਵਾਲੇ ਲੋਕ ਨੇ, ਬੜੇ ਸ਼ਾਤਰ ਲੋਕ ਨੇ, ਉਹ ਇਹਨੂੰ ਉਲਟਾ ਰੰਗ ਦੇਣਾ ਚਾਹੁੰਦੇ ਨੇ ਕਿ ਵੇਖੋ ਜੀ ਇਹ ਤਾਂ 84 'ਚ ਖਾਲਿਸਤਾਨ ਦੀ ਮੰਗ ਹੋ ਰਹੀ ਸੀ, ਉਹੀ ਖਾਲਿਸਤਾਨੀ ਨੇ, ਅੱਜ ਵੀ ਮੰਗ ਉਹੀ ਲੈ ਕੇ ਆਏ ਨੇ। ਜਦ ਕਿ ਅੱਜ ਸਾਡੀ ਮੰਗ ਜਿਹੜੀ ਆ ਉਹ ਕੇਵਲ ਤੇ ਕੇਵਲ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ, MSP ਪ੍ਰੋਕਿਉਰਮੈਂਟ ਦੀ ਹੈ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਹੈ। ਸਾਡੀਆਂ ਮੰਗਾਂ ਕਿਸਾਨੀ ਤੇ ਨਿਰਧਾਰਿਤ ਨੇ, ਇਸ ਤੋਂ ਇਲਾਵਾ ਨਹੀਂ ਕੋਈ ਵੀ ਗੱਲ। ਪਰ ਜਿਹੜੀਆਂ ਸ਼ਖਸੀਅਤਾਂ ਨੂੰ ਇਸ ਗੱਲ ਦਾ ਬਹੁਤਾ ਇਨਡੈਪਥ ਗਿਆਨ ਨਹੀਂ ਹੈ, ਜੋ ਲਾਜ਼ ਬਾਰੇ ਬਹੁਤਾ ਨਹੀਂ ਜਾਣਦੇ ਪਰ ਉਹ ਸੰਬੋਧਨ ਕਰਨਾ ਚਾਹੁੰਦੇ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਉਹ ਤਾਂ ਆਪਦੇ ਸਬਜੈਕਟ ਤੇ ਹੀ ਗੱਲ ਕਰਨਗੇ? ਬਿਲਕੁਲ ਇਹ ਹੈਗੀ ਗੱਲ। ਉਹ ਤਾਂ ਹੀ ਤੇ ਮੈਂ ਕਿਹਾ ਉੜਦੇ ਪੰਛੀਆਂ ਮਗਰ ਨਾ ਲੱਗੋ, ਜਿਨ੍ਹਾਂ ਨੂੰ ਇਸ ਕਿਸਾਨੀ ਅੰਦੋਲਨ ਦੀ ਝਾਤ ਦਾ ਨਹੀਂ ਪਤਾ, ਇੱਕ ਕਿਸਾਨੀ ਅੰਦੋਲਨ 'ਚ ਕਦੇ ਉਹ ਨਹੀਂ ਸ਼ਾਮਲ ਹੋਏ, ਕਦੇ ਕਿਸਾਨੀ ਅੰਦੋਲਨ ਉਹਨਾਂ ਨੇ ਲੜਿਆ ਨਹੀਂ। ਮੈਂ ਇਹ ਕਿਹਾ ਸੀ ਸਟੇਜ ਤੋਂ ਵੀ ਜਿਨ੍ਹਾਂ ਨੇ ਅੱਜ ਤੱਕ ਕਿਸਾਨੀ ਅੰਦੋਲਨ ਦੀ ਕੋਈ ਜਿਨ੍ਹਾਂ ਦੀ ਪ੍ਰਾਪਤੀ ਨਹੀਂ ਹੈ, ਅੱਜ ਉਹ ਆ ਕੇ ਕਿਸਾਨ ਆਗੂਆਂ ਨੂੰ ਸਬਕ ਦੇਣ ਜਾਂ ਉਹ ਭਾਵਨਾ ਉਜਾਗਰ ਕਰਨ ਜਾਂ ਸਾਡੇ ਨੌਜਵਾਨਾਂ ਨੂੰ ਅੱਗੇ ਤਲਖੀ 'ਚ ਲਿਆਉਣ ਆਪਣੀ ਭਾਵਨਾ ਦੇ ਨਾਲ, ਤੇ ਫਿਰ ਉਹ ਜਿਹੜਾ ਨੁਕਸਾਨਦੇਹ ਹੋਊ ਸਾਡੇ ਇਸ ਅੰਦੋਲਨ ਲਈ, ਉਹ ਕਿਸਾਨੀ ਪੱਖ ਲਈ ਨਹੀਂ ਹੋਊ, ਉਹ ਕਿਸਾਨੀ ਅੰਦੋਲਨ ਨੂੰ ਖਿਲਾਰਨ ਵਾਸਤੇ ਹੋਊਗਾ। ਇਸ ਕਰਕੇ ਇਹ ਅਸੀਂ ਅਪੀਲ ਕੀਤੀ ਸੀਗੀ। ਤੁਹਾਡਾ ਇਸ਼ਾਰਾ ਲੱਖਾ ਸਿਧਾਣਾ, ਦੀਪ ਸਿੱਧੂ ਵੱਲ ਤਾਂ ਨਹੀਂ? ਮੈਂ ਕਿਸੇ ਵਿਸ਼ੇਸ਼ ਨੂੰ ਕਿਹਾ ਨਹੀਂ ਜੀ, ਮੈਂ ਤਾਂ ਸਾਰਿਆਂ ਨੂੰ ਹੀ ਕਹਿਣਾ। ਮੈਂ ਤਾਂ ਇੱਥੇ ਬੀਬੀ ਦਾ ਕਿਹਾ, ਮੈਂ ਅੱਜ ਇੱਕ ਸਾਡੇ ਮੈਂ ਸਿੱਧੇ ਕਹੂੰਗਾ ਦਮਦਮੀ ਟਕਸਾਲ ਤੋਂ ਬੋਲੇ ਵੀਰ ਜੀ, ਉਹਨਾਂ ਨੂੰ ਕਿਹਾ। ਮੈਂ ਤਾਂ ਜਿਹੜਾ ਵੀ ਇੱਥੋਂ, ਕਿ ਮੈਂ ਖੁਦ ਵੀ ਅਗਰ ਮੈਂ ਇਦਾਂ ਦੀ ਕੋਈ ਗੱਲ ਕਰਾਂ ਮੈਂ ਉਹਨੂੰ ਵੀ ਕਿਹਾ, ਮੈਂ ਤਾਂ ਸਾਰਿਆਂ ਨੂੰ ਕਿਹਾ। ਤੁਸੀਂ ਸਮਝਦੇ ਹੋ ਕਿ ਅੰਦੋਲਨ ਕਿਸਾਨੀ ਤੱਕ ਸੀਮਤ ਹੈ ਜਾਂ ਉਸ ਤੋਂ ਵਿਸ਼ਾਲ ਹੋ ਚੁੱਕਿਆ ਹੁਣ? ਇਹ ਬਹੁਤ ਵਿਸ਼ਾਲ ਹੋ ਗਿਆ ਹੈ। ਇਹ ਕੇਵਲ ਕਿਸਾਨੀ ਅੰਦੋਲਨ ਨਹੀਂ ਹੈਗਾ, ਪਰ ਇੱਥੇ ਕੇਵਲ ਇਹ ਵੀ ਨਹੀਂ ਗੱਲ ਕਰਨੀ ਚਾਹੀਦੀ ਕਿ ਵਿਸ਼ੇਸ਼ ਸੂਬੇ ਦੀ ਗੱਲ। ਇਹ ਹੁਣ ਵਿਸ਼ੇਸ਼ ਸੂਬੇ ਦਾ ਅੰਦੋਲਨ ਨਹੀਂ ਰਹਿ ਗਿਆ, ਇਹ ਅੰਦੋਲਨ ਪੂਰੇ ਭਾਰਤ ਦਾ ਹੈ, ਤੇ ਪੂਰੇ ਭਾਰਤ ਦੀ ਕਿਸਾਨੀ ਦਾ, ਤੇ ਪੂਰੇ ਭਾਰਤ ਦੇ ਹੱਕਾਂ ਦੀ ਲੜਾਈ ਹੈ, ਪੂਰੇ ਭਾਰਤ ਦੇ ਮਜ਼ਲੂਮਾਂ ਗਰੀਬਾਂ ਹਰ ਵਰਗ ਦੀ ਲੜਾਈ ਹੈ। ਤੇ ਇਹਨੂੰ ਆਪਾਂ ਕੇਵਲ ਪੰਜਾਬ ਲਈ ਸਮੇਟ ਕੇ ਮੁਰੇ ਸ਼ੋਅ ਕਰੀਏ ਜਾਂ ਪੰਜਾਬ ਦੇ ਇਕੱਲੇ ਸਟੇਟ ਦੇ ਹੱਕਾਂ ਦੀ ਗੱਲ ਕਰੀਏ, ਤੇ ਫਿਰ ਕਿਤੇ ਨਾ ਕਿਤੇ ਅਸੀਂ ਉਸ ਪੂਰੇ ਭਾਰਤ ਦੇ ਕਿਸਾਨ ਨਾਲ ਧਰੋਹ ਕਰਾਂਗੇ। ਅਸੀਂ ਉਸ ਜਿਹੜਾ ਕਿਸਾਨ ਹੈਗਾ ਉਹਦੇ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ ਗੱਦਾਰੀ ਵਾਲਾ ਸ਼ਬਦ ਹੋਏਗਾ, ਕਿਉਂਕਿ ਅਸੀਂ ਉਹਨਾਂ ਨੂੰ ਸੱਦ ਤਾਂ ਰਹੇ ਹਾਂ ਕਿ ਆਓ ਸਾਡੇ ਅੰਦੋਲਨ 'ਚ ਸ਼ਾਮਲ ਹੋਵੋ, ਸਾਡਾ ਸਾਥ ਦੇਵੋ, ਤੇ ਅਸੀਂ ਉਹਨਾਂ ਦੀ ਫਿਰ ਗੱਲ ਨਹੀਂ ਕਰਦੇ। ਅਸੀਂ ਬਾਕੀ ਸਟੇਟਾਂ ਤੋਂ, ਜਿਵੇਂ ਹੁਣ ਸਾਡੇ ਉੱਤਰਾਖੰਡ ਚੋਂ ਸਾਥੀ ਆਏ ਨੇ, ਯੂਪੀ ਤੋਂ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ, ਵੱਧ ਅਧਿਕਾਰ ਲੈਣ ਦੀ ਫੈਡਰਲ ਸਟਰਕਚਰ ਦੀ ਗੱਲ ਹੋ ਰਹੀ ਹੈ, ਕਿਤੇ ਨਾ ਕਿਤੇ ਆ ਜਾਂਦੀ ਹੈ ਗੱਲ। ਤਾਈਓ ਤੇ ਮੈਂ ਉੜਦੇ ਪੰਛੀਆਂ ਦੀ ਗੱਲ ਕੀਤੀ, ਕਿਤੇ ਨਾ ਕਿਤੇ ਆ ਜਾਂਦੀ ਹੈ। ਤੁਸੀਂ ਚਾਹੁੰਦੇ ਹੋ ਕਿ ਉਹ ਗੱਲ ਨਾ ਛੇੜੀ ਜਾਵੇ, ਸਿਰਫ ਇਹ ਜਿਹੜੇ ਕਾਨੂੰਨ ਨੇ 5 ਜਾਂ ਜਿਹੜੀਆਂ ਮੰਗਾਂ ਨੇ ਉੱਥੋਂ ਤੱਕ ਸੀਮਤ ਰਹੇਗਾ? ਬਿਲਕੁਲ ਬਿਲਕੁਲ। ਜਿਹੜਾ ਕੋਈ ਇੱਥੋਂ ਬੁੱਧੀਜੀਵੀ ਆ ਕੇ ਬਿਆਨ ਕਰਦਾ, ਮੇਰੀ ਉਹ ਬੁੱਧੀਜੀਵੀਆਂ ਨੂੰ ਵੀ ਇਸ਼ਾਰਾ ਸੀ, ਉਹ ਵੀ ਤੁਸੀਂ ਨਾਮ ਜਾਣਦੇ ਹੋ ਨਾ ਬੁੱਧੀਜੀਵੀਆਂ ਦੇ, ਮੇਰਾ ਉਹਨਾਂ ਨੂੰ ਇਸ਼ਾਰਾ ਜਿਹੜੇ ਕਹਿੰਦੇ ਸੀ ਵੀ ਕਿਸਾਨ ਆਗੂ ਜੇ ਕੋਈ ਪਿੱਛੇ ਮੁੜਿਆ ਤਾਂ ਉਹਦੀ ਧੌਣ ਫੜ ਕੇ ਟਾਇਰ ਥੱਲੇ ਦੇ ਦੇਵਾਂਗੇ ਜਾਂ ਇਹ ਆਗੂ ਜੁੱਤੀਆਂ ਖਾਣਗੇ। ਮੈਂ ਇੱਕ ਗੱਲ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਕਿਸੇ ਕਿਸਾਨੀ ਅੰਦੋਲਨ ਸ਼ਾਮਲ ਹੋਏ ਅੱਜ ਤੱਕ? ਤੁਹਾਨੂੰ ਪਤਾ ਕਿਸਾਨੀ ਅੰਦੋਲਨ ਕੀ ਹੈ? ਇਹ ਜਿਹੜੇ ਆਗੂ ਆ ਇਹ ਕੱਲੀ ਜਿੱਤ ਦੱਸਣਗੇ ਇਹਨਾਂ ਨੇ ਕਿੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ ਨੇ ਅੱਜ ਤੱਕ। ਜਿਵੇਂ ਉੱਥੇ ਸਟੇਜ ਤੋਂ ਸਰਦਾਰ ਅਜਨਾਲਾ ਸਾਹਿਬ ਨੇ ਕਿਹਾ, ਸਤਨਾਮ ਸਿੰਘ ਅਜਨਾਲਾ ਜੀ ਨੇ, ਕਿ ਬਿਜਲੀ ਦੇ ਬਿੱਲ ਜਿਹੜੇ ਉਹ ਮਾਫ ਕਰਵਾਏ ਨੇ। ਇਦਾਂ ਹੀ ਮੈਂ ਦੱਸਣਾ ਚਾਹੁੰਦਾ ਸਾਡੀ ਯੂਨੀਅਨ ਜਿਹੜੀ ਆ, ਮੈਂ ਜੰਗ ਆਗੂਆਂ ਚਾਹੁੰਦਾ, ਤੇ ਮੇਰੀ ਯੂਨੀਅਨ ਦੇ ਮੈਂ ਦੱਸਾਂਗਾ ਕਿ 2015 ਚ ਅਸੀਂ, ਕਿਉਂਕਿ ਅਸੀਂ ਸਾਡੀ ਦੁਆਬੇ ਦੀ ਬੈਲਟ ਗੰਨੇ ਦੀ ਹੈ ਜ਼ਿਆਦਾ, ਮੈਂ ਦੁਆਬੇ ਤੋਂ ਆਣਾ, ਤੇ ਗੰਨੇ ਦੀ ਬੈਲਟ ਹੋਣ ਕਰਕੇ 50 ਰੁਪਏ ਸਰਕਾਰ ਨੂੰ 2 ਦਿਨ ਚੁਕਾ ਕੇ ਸੜਕ ਬੰਦ ਕਰਕੇ, ਇੰਟਰਨੈਸ਼ਨਲ ਹਾਈਵੇ ਬੰਦ ਕਰਕੇ, ਜਿੱਦਾਂ NH ਬੰਦ ਹੀ ਬੰਦ ਕੀਤਾ ਸੀ ਅਸੀਂ, ਜਲੰਧਰ ਧੰਨੋ ਵਾਲੀ ਬੰਦ ਕਰਕੇ ਸਰਕਾਰ ਨੂੰ, ਉਦੋਂ ਅਕਾਲੀ ਸਰਕਾਰ ਸੀ, 50 ਰੁਪਏ ਪ੍ਰਤੀ ਕੁਇੰਟਲ ਹੈ। ਅਸੀਂ 17 ਦੇ ਵਿੱਚ ਅਸੀਂ 17 ਦੇ ਵਿੱਚ ਅਸੀਂ ਪਹਿਲਾਂ ਚੰਡੀਗੜ੍ਹ ਘਿਰਾਓ ਕੀਤਾ ਵਿਧਾਨ ਸਭਾ ਦਾ, ਉੱਥੇ 20 ਰੁਪਏ ਅਸੀਂ ਪ੍ਰਾਪਤ ਕੀਤੇ। ਫਿਰ ਅਸੀਂ 18 ਦੇ ਵਿੱਚ ਫਗਵਾੜੇ ਕੀਤਾ, ਉੱਥੇ 2 ਦਿਨ ਬੰਦ ਰੱਖੀਆਂ ਆਪਾਂ, ਇਹ 2 ਦਿਨ ਪਹਿਲਾਂ ਅਸੀਂ ਰੱਖੀਆਂ ਗਰਨਾ ਸਾਹਿਬ ਬੰਦ, ਤੇ ਟ੍ਰੇਨਾਂ ਵੀ ਬੰਦ ਰੱਖੀਆਂ 32 ਘੰਟੇ, ਤੇ ਪ੍ਰਾਪਤੀ ਹਾਸਲ ਕੀਤੀ, 25 ਰੁਪਏ ਲੈ ਕੇ ਦਿੱਤੇ ਕਿਸਾਨਾਂ ਨੂੰ। ਇਹ ਜਿਹੜੇ ਬੁੱਧੀਜੀਵੀ, ਜਿਹੜੇ ਇਹ ਗਰਮ ਦਲੀਏ ਪੰਜਾਬੀ ਚ ਕਹਿ ਦੂੰਗਾ ਮੈਂ, ਜਿਹੜੇ ਇਹ ਬੋਲਦੇ ਨੇ ਆ ਕੇ ਸੁਝਾਅ ਦਿੰਦੇ ਨੇ, ਆਗੂਆਂ ਨੂੰ ਕਹਿੰਦੇ ਨੇ ਕਿ ਪਿੱਛੇ ਨਾ ਮੁੜ ਜਾਣ, ਇੱਕ ਪ੍ਰਾਪਤੀ ਦੱਸ ਦੇਣ ਕਿਸਾਨਾਂ ਲਈ ਅਸੀਂ ਕੀਤੀ ਹੈ, ਤੇ ਫਿਰ ਕਿਸਾਨੀ ਮੰਚ ਤੋਂ ਆ ਕੇ ਬੋਲਦੇ ਨੇ। ਤੇ ਕਿਸਾਨੀ ਆਗੂਆਂ ਨੂੰ ਇਹ ਸੰਦੇਸ਼ ਦੇਣ ਵਾਲੇ ਕੌਣ ਹੁੰਦੇ ਨੇ? ਇਹ ਕਿਸਾਨੀ ਆਗੂਆਂ ਨੂੰ ਅਕਲ ਦੇਣ ਵਾਲੇ ਕੌਣ ਹੁੰਦੇ ਨੇ? ਇਸ ਕਰਕੇ ਮੈਂ ਇਹ ਗੱਲ ਆਖੀ ਹੈ ਕਿ ਭਾਈ ਤੁਸੀਂ ਜੇ ਉਹਨਾਂ ਨੂੰ ਇੱਥੇ ਬੋਲਣ ਦੇਣਾ ਹੈ, ਤੁਸੀਂ ਉਹਨਾਂ ਦੀ ਫਰੀडम ਆਫ ਸਪੀਚ ਦੀ ਰਾਖੀ ਕਰ ਰਹੇ ਹੋ, ਪਰ ਤੁਹਾਨੂੰ ਇਹ ਵੀ ਲੱਗਦਾ ਹੈ ਵੀ ਉਹ ਜੋ ਬੋਲ ਰਹੇ ਹੈ ਜਾਂ ਤੁਹਾਡੇ ਤੇ ਜੇ ਸਵਾਲ ਕਰ ਰਹੇ ਤਾਂ ਉਹ ਨਹੀਂ ਹੋਣੇ ਚਾਹੀਦੇ? ਨਹੀਂ, ਅਸੀਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਆਏ ਹੋ, ਅਸੀਂ ਤੁਹਾਡਾ ਮਾਣ ਕਰਦੇ ਹਾਂ,
ਕਿ ਤੁਸੀਂ ਵੀ ਪੰਜਾਬ ਦੇ ਪੁੱਤਰ ਹੋ, ਪੰਜਾਬ ਦੇ ਹੱਕਾਂ ਲਈ ਆਏ ਹੋ, ਭਾਰਤ ਦੇ ਹੱਕਾਂ ਲਈ ਆਏ ਹੋ, ਕਿਸਾਨੀ ਹੱਕ ਲਈ ਆਏ ਹੋ, ਪਰ ਕਿਸਾਨੀ ਦੀ ਗੱਲ ਕਰੋ ਨਾ। ਤੇ ਤੁਸੀਂ ਇਹ ਗੱਲ ਜੇ ਸੂਝਵਾਨ ਨਹੀਂ ਹੋ ਸਕਦਾ, ਸਾਡੇ ਨਾਲ ਕੋਈ ਛੋਟਾ ਬੱਚਾ ਸੂਝਵਾਨ ਹੋਵੇ ਸਭ ਤੋਂ ਵੱਧ, ਸਾਨੂੰ ਚੰਗੀ ਅਕਲ ਦੇਵੇ, ਪਰ ਸਾਡੇ ਨਾਲ ਵੱਖਰੇ ਹੋ ਕੇ ਦਿਓ। ਸਟੇਜਾਂ ਤੋਂ ਕਹਿਣਾ ਕਿ ਤੁਸੀਂ ਅਕਲਮੰਦ ਨਹੀਂ, ਅਸੀਂ ਅਕਲਮੰਦ ਵਾਂ, ਤੇ ਇਹਦਾ ਕਿਤੇ ਨਾ ਕਿਤੇ ਮੈਸੇਜ ਇਹ ਆ ਕਿ ਅਸੀਂ ਆਪਣੇ ਆਪ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਇਹਨਾਂ ਆਗੂਆਂ ਨੂੰ ਪਿੱਛੇ ਕਰਕੇ ਵੀ ਆਗੂ ਹੁਣ ਕਿਸੇ ਕੰਮ ਦੇ ਨਹੀਂ ਰਹੇ, ਹੁਣ ਅਸੀਂ ਕੰਮ ਦੇ ਆ। ਉਹ ਕਹਿੰਦੇ ਕਿ ਅਸੀਂ ਧਿਰ ਬਣ ਕੇ ਖੜੇ ਆ, ਅਸੀਂ ਪਿੱਛੇ ਨਹੀਂ ਹਟਣ ਦੇਵਾਂਗੇ। ਉਹ ਕਹਿੰਦੇ ਜੇ ਅਸੀਂ ਖੜੇ ਆ, ਅਸੀਂ ਓਪੋਜੀਸ਼ਨ ਦਾ ਰੋਲ ਪਲੇ ਕਰ ਰਹੇ ਆ, ਅਸੀਂ ਆਗੂਆਂ ਨੂੰ ਟਸ ਤੋਂ ਮਸ ਨਹੀਂ ਹੋਣ ਦੇਣਾ। ਮੈਂ ਗੱਲ ਕਹਾਂ ਮੱਕੜ ਸਾਹਿਬ, ਇੱਥੇ ਜਿੱਦਣ ਟਰਾਲੀਆਂ ਲੈ ਕੇ ਆਏ ਆ, ਅੱਜ ਤਾਂ ਠੀਕ ਹੈ, ਅੱਜ ਇਹ ਪੂਰੇ ਭਾਰਤ ਦੀ ਲੜਾਈ ਹੋਈ ਹੈ, ਪਰ ਜਦੋਂ ਇਸ ਅੰਦੋਲਨ ਲਈ ਲੋਕਾਂ ਨੂੰ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਅਗਾਹ ਕਰ ਰਹੇ ਸੀ, ਚਲੋ ਹੱਥ ਜੋੜ ਜੋੜ ਨਿਵੇਦਨ ਕੀਤੇ, ਬੇਨਤੀਆਂ ਕੀਤੀਆਂ ਕਿ ਵੀਰੋ ਆਪਾਂ ਦਿੱਲੀ ਚੱਲਣਾ, ਦਿੱਲੀ ਚੱਲਣਾ। ਉਸ ਲਈ ਇਹ ਕਿੱਥੇ ਸੀ ਬੁੱਧੀਜੀਵੀ, ਉਸ ਲਈ ਕਿੱਥੇ ਸੀ ਇਹ ਲੋਕਾਂ ਨੂੰ ਇਹ ਇੱਕ ਦੱਸਣ ਵੀ ਇਹਨਾਂ ਦੀ ਇੱਕ ਟਰਾਲੀ ਵੀ ਪਹਿਲਾਂ ਸ਼ਾਮਲ ਹੋਈ। ਅੱਜ ਨੌਜਵਾਨ ਆਇਆ ਬਹੁਤ, ਅਸੀਂ ਕਹਿੰਦੇ ਆ ਇਸ ਗੱਲ ਨੂੰ, ਅਸੀਂ ਮੰਨਦੇ ਆ ਕਿ 60% ਲੋਕ ਸਾਡੇ ਆਗੂਆਂ ਦੇ ਕਹੇ ਆਏ, 40% ਨੌਜਵਾਨ ਆਪਣੇ ਆਪ ਆਇਆ। ਹੋ ਸਕਦਾ ਉਹ ਇਹਨਾਂ ਦੇ ਹੋਰ ਦੇ ਕਹੇ ਤੇ ਨਹੀਂ ਆਏ, ਹਾਂ ਉਹ ਕਿਸੇ ਹੋਰ ਦੇ ਕਹੇ ਤੇ ਨਹੀਂ ਆਏ, ਉਹ ਦੇਖ ਕੇ ਆਏ ਨੇ ਕਿ ਅੱਜ ਇਹ ਅੰਦੋਲਨ ਭਖ ਗਿਆ, ਅੱਜ ਸਾਡਾ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਅੱਜ ਤਾਂ ਇਹ ਗੱਲ ਬਣ ਗਈ, ਆਪਣੇ ਆਪਣੇ ਇਕੱਲੇ ਪੰਜਾਬ ਦੀ ਨਹੀਂ, ਹਰ ਪਰਿਵਾਰ ਦੇ ਉਸ ਨੌਜਵਾਨ ਬੱਚੇ ਦੇ ਆਪਣੇ ਵਿਕਾਰ ਦੀ ਗੱਲ ਹੋ ਗਈ ਕਿ ਕਵਾਂਗੇ ਜਿਹੜਾ ਦਿੱਲੀ ਨਹੀਂ ਗਿਆ ਉਹ ਦੁਨੀਆ ਤੇ ਜਿਹਾ ਜਿਹਾ ਆਇਆ, ਜਿਹਾ ਜਿਹਾ ਨਹੀਂ ਆਇਆ। ਇਸ ਕਰਕੇ ਉਹ ਆ ਰਹੇ ਨੇ, ਔਰ ਉਹਨਾਂ ਨੂੰ ਆਪਾਂ ਕਹਿ ਦਈਏ ਕਿ ਕੁਝ ਬੰਦੇ ਕਹਿ ਦੇਣ ਕਿ ਸਾਡੇ ਕਰਕੇ ਆ ਰਹੇ ਨੇ, ਉਹਨਾਂ ਨੂੰ ਭੜਕਾ ਦੇਣ ਵੀ ਸਾਡੇ ਕਰਕੇ ਆ ਰਹੇ ਨੇ, ਤੇ ਇਹ ਗੱਲ ਅਸੀਂ ਕਤਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਨਾ ਹੋਣ ਦੇਵਾਂਗੇ, ਕਿਉਂਕਿ ਅਸੀਂ ਇਸ ਅੰਦੋਲਨ ਨੂੰ ਸ਼ਾਂਤਮਈ ਅੱਗੇ ਲੈ ਕੇ ਜਾਣਾ ਔਰ ਇਸ ਅੰਦੋਲਨ ਦੀ ਜਿੱਤ ਵੱਲ ਲੈ ਕੇ ਜਾਣਾ। ਇਹ ਅਸੀਂ ਬਿਲਕੁਲ ਇਹ ਗੱਲ ਕਲੀਅਰ ਹੈ ਕਿ ਜੇਕਰ ਤੱਤੀਆਂ ਗੱਲਾਂ ਅਸੀਂ ਸਾਰੇ ਰਿਜ਼ਲਟ ਜਾਣਦੇ ਹਾਂ, ਅਸੀਂ ਬਿਲਕੁਲ ਇਸ ਗੱਲ ਨੂੰ ਸਮਝਦੇ ਹਾਂ ਕਿ ਬਿਲਕੁਲ ਇਸ ਗੱਲ ਨੂੰ ਅਸੀਂ ਅੰਦੋਲਨ ਕਿਵੇਂ ਚਲਾਉਣਾ ਇਹ ਕਿਸਾਨ ਆਗੂ ਸਾਰੇ ਜਾਣਦੇ ਨੇ। ਇਹਨਾਂ ਨੂੰ ਉਹ ਸਿੱਖਿਆ ਦੇਣ ਵਾਸਤੇ ਨਾ ਹੋਣ, ਠੀਕ ਹੈ ਆਪਣੀ ਰਾਏ ਦੇਣੀ ਆ, ਰਾਏ ਦੇਣਾ ਹਰ ਇੱਕ ਦਾ ਫਰਜ਼ ਹੈ, ਚੰਗੀ ਰਾਏ ਵੀ ਉਹਨਾਂ ਦੀ ਹੋ ਸਕਦੀ ਹੈ। ਸਟੇਜ ਤੋਂ ਦੇ ਜੇ ਕੋਈ ਰਾਏ ਨਹੀਂ, ਸਟੇਜ ਤੋਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਉਹ ਤਾਂ ਕਿਤੇ ਨਾ ਕਿਤੇ ਫਿਰ ਉਹ ਪ੍ਰਮੋਟ ਕਰਦੇ ਨੇ। ਸਟੇਜ ਤੋਂ ਰਾਏ ਦੇਣਾ ਮਤਲਬ ਇਹ ਹੈ ਕਿ ਆਹ ਕੱਤੀਆਂ ਨੂੰ ਆਗੂਆਂ ਨੂੰ ਰਾਏ ਅਕਲ ਹੈ ਨਹੀਂ, ਜਦ ਜਿਹੜੀਆਂ 500 ਜਥੇਬੰਦੀਆਂ ਇਹਨਾਂ ਨੂੰ ਮਤ ਹੈ ਨਹੀਂ, ਸਾਨੂੰ ਮਤ ਹੈ, ਲੋਕਾਂ 'ਚ ਦੱਸਣਾ ਚਾਹੁੰਦੇ ਆ। ਸਾਨੂੰ ਦੱਸੋ, ਆਫ ਦਾ ਰਿਕਾਰਡ ਹੋਣੀ ਚਾਹੀਦੀ, ਤੁਹਾਨੂੰ ਲੱਗਦਾ ਹੋਣੀ ਚਾਹੀਦੀ। ਸਾਡੀ ਮੀਟਿੰਗ ਹੁੰਦੀ ਰੋਜ਼ ਆਫ ਦਾ ਰਿਕਾਰਡ, ਅਸੀਂ ਉੱਥੇ ਇੱਕ ਦੂਜੇ ਨਾਲ ਲੜਦੇ ਵੀ ਆ, ਜਿਵੇਂ ਇੱਕ ਪਰਿਵਾਰ 'ਚ ਇੱਕ ਦੂਜੇ ਨਾਲ ਭਾਈ ਲੜਦੇ ਆ, ਪਰ ਉੱਥੇ ਜਿਹੜੇ ਪਰਿਵਾਰ ਦੇ ਹੱਕ ਦੀ ਗੱਲ ਆਉਂਦੀ ਆ ਤੇ ਆਪਾਂ ਇਕੱਠੇ ਹੋ ਜਾਂਦੇ ਆ। ਇਸੇ ਤਰ੍ਹਾਂ ਇੱਕ ਪਰਿਵਾਰ ਹੈ ਸਾਡਾ, ਇਹ ਕੱਤੀਆਂ ਬੱਤੀਆਂ ਦਾ, ਏਦਾਂ ਹੀ ਪਰਿਵਾਰ ਹੈ ਸਾਡਾ 500 ਜਥੇਬੰਦੀ ਦਾ। ਅਸੀਂ ਇੱਕ ਦੂਜੇ ਨਾਲ ਉੱਥੇ ਬਹਿਸਦੇ ਆ, ਲੜਦੇ ਆ, ਪਰ ਅਸੀਂ ਜਦੋਂ ਬਾਹਰ ਨਿਕਲਦੇ ਆ ਅਸੀਂ ਦੱਸਦੇ ਆ ਕਿ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਔਰ ਇਸ ਲੜਾਈ 'ਚ ਨਰਿੰਦਰ ਮੋਦੀ ਦੇ ਖਿਲਾਫ ਅਸੀਂ ਇਕੱਠੇ ਆ, ਸਾਡੀ ਏਕਤਾ ਹੈ ਔਰ ਏਕਤਾ ਨਾਲ ਇਸ ਜੰਗ ਨੂੰ ਜਿੱਤਾਂਗੇ। 26 ਦੀ ਜਿਹੜੀ ਅੱਜ ਕਾਲ ਦਿੱਤੀ ਹੈ ਕਿ ਟਰੈਕਟਰ ਮਾਰਚ ਅੱਗੇ ਹੋਊਗਾ, ਇਹ ਪਲਾਨ ਕਰਕੇ ਪਹਿਲਾਂ ਇਹਨੂੰ ਵਿਚਾਰਿਆ ਗਿਆ, ਕਿਉਂਕਿ ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਕਿ ਆਲਮੋਸਟ 50% ਜਿੱਤ ਹੋਗੀ, ਫਿਰ ਆਗੂਆਂ ਨੇ ਕਿਹਾ ਨਹੀਂ ਅਸੀਂ ਕਦੇ ਨਹੀਂ ਕਿਹਾ ਕਿ 50% ਜਿੱਤ ਹੈ, ਮੀਡੀਆ ਨੇ ਇਹ ਗੱਲਾਂ ਕੀਤੀਆਂ। ਨਹੀਂ, ਅਸੀਂ ਪਹਿਲੇ ਦਿਨ ਤੋਂ ਮੇਰੀਆਂ ਜਿੰਨੀਆਂ ਵਾਈਟ ਸ਼ੀਟ ਕੱਢ ਕੇ ਦੇਖ ਲਿਓ, ਡਿਫਰੈਂਟ ਹੋ ਸਕਦਾ 5-7% ਦਾ ਸਾਡੇ ਆਗੂਆਂ ਦਾ। ਹਰ ਇੱਕ ਨੇ, ਕਿਸੇ ਨੇ ਕਿਹਾ ਵੀ ਇਹ 25% ਹੈ, ਕਿਸੇ ਨੇ ਕਿਹਾ 30% ਹੈ, ਵੀ ਹਜੇ 70% ਬਾਕੀ ਹੈ। ਅਸੀਂ 30% ਮੈਂ ਕਹਿ ਰਿਹਾ ਪਹਿਲੇ ਦਿਨ ਤੋਂ, ਮੈਂ ਕਿਹਾ ਵੀ 30% ਹੈ। ਇਹ ਸੀਕੀ ਗੱਲ ਕਿ ਮੰਤਰੀ ਸਾਹਿਬਾਨਾਂ ਨੇ ਕਿਹਾ ਵੀ 4 ਮੰਗਾਂ ਜਦੋਂ ਮੰਨ ਲਈਆਂ, ਤੇ ਸਾਡੇ ਜਿਹੜੇ ਮੀਡੀਆ ਕਰਮੀ ਕਈ ਵੀਰਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਸ਼ਾਇਦ ਇਹ 50, ਅਸੀਂ ਮੀਡੀਆ ਕਰਮੀਆਂ ਨੂੰ ਦੋਸ਼ੀ ਨਹੀਂ ਕਹਿੰਦੇ, ਪਰ ਇਹ 4 ਚੋਂ ਜਦੋਂ 2 ਮੰਨ ਲਈਆਂ, ਉਹਨੂੰ ਕਈ ਬੰਦੇ ਕਹਿੰਦੇ ਖਰੇ 50 ਮੰਨ ਲਈਆਂ, ਪਰ ਉਹ ਛੋਟੀਆਂ ਮੰਗਾਂ ਸਨ। ਸਾਡੀਆਂ ਮੁੱਖ ਮੰਗਾਂ ਬਾਕੀ ਨੇ, ਜਿੰਨਾ ਚਿਰ ਮੁੱਖ ਮੰਗਾਂ ਬਾਕੀ ਨੇ, ਤਾਂ ਜਿਵੇਂ ਕੱਲ ਅਸੀਂ ਪੀਸੀ 'ਚ ਵੀ ਕਿਹਾ ਸੀ, ਕਈ ਸਾਡੇ ਵੀਰਾਂ ਨੇ ਕਿਹਾ ਵੀ ਉਹ ਜਿਹੜੀ ਪੂਛ ਹੈ ਉਹ ਵੀ ਨਹੀਂ ਸਾਨੂੰ ਹਲੇ ਸਮਝ ਆਉਂਦੀ ਵੀ ਉਹ ਪੂਛ ਕਿਹਦੀ ਆ, ਹਾਥੀ ਦੀ ਆ ਕਿ ਖੋਤੇ ਦੀ ਆ, ਕਿਹਦੀ ਆ, ਉਹ ਵੀ ਲਿਖ ਕੇ ਨਹੀਂ ਦਿੱਤੀ। ਪਰ ਅਸੀਂ ਉੱਥੇ ਮੈਂ ਪੀਸੀ 'ਚ ਕਿਹਾ ਸੀ ਕਿ ਅਸੀਂ ਪੂਛ ਲੈ ਕੇ ਨਹੀਂ ਜਾਣਾ, ਪੂਰਾ ਹਾਥੀ ਲੈ ਕੇ ਜਾਣਾ, ਤੇ ਪੂਰਾ ਹਾਥੀ ਹਲੇ ਬਾਕੀ ਹੈ। ਉਹ ਪੂਰਾ ਹਾਥੀ ਜਿਹੜਾ ਆ ਉਹ ਇਹ ਤਿੰਨੋਂ ਜਿਹੜੇ ਖੇਤੀ ਕਾਨੂੰਨ ਤੇ MSP ਦੀ ਪ੍ਰੋਕਿਉਰਮੈਂਟ ਔਰ ਸਵਾਮੀਨਾਥਨ ਰਿਪੋਰਟ, ਇਹ ਸਾਰਾ ਕੁਝ ਸ਼ਾਮਲ ਹੈ। ਇੱਕ ਚੀਜ਼ ਕਲੀਅਰ ਕਰੋ, ਪਹਿਲਾਂ ਇਹ ਗੱਲ ਆਈ ਕਿ ਬਿਜਲੀ ਸੋਧ ਬਿੱਲ 2020 ਉਹ ਵਾਪਸ ਲੈਣ ਦੀ ਗੱਲ ਕਹੀ, ਫਿਰ ਬਾਅਦ ਦੇ ਵਿੱਚ ਨਰਿੰਦਰ ਤੋਮਰ ਆ ਕੇ ਗੱਲ ਕਹਿੰਦੇ ਆ ਕਿ ਅਸੀਂ ਕਿਸਾਨਾਂ ਨੂੰ ਇਨਸ਼ੋਰ ਕਰਾਂਗੇ ਕਿ ਤੁਹਾਡੀ ਜਿਹੜੀ ਸਬਸਿਡੀ ਮਿਲਦੀ ਹੈ ਉਹ ਤੁਹਾਡੇ ਤੋਂ ਅਸੀਂ ਖੋਵਾਂਗੇ ਨਹੀਂ। ਤੇ ਗੱਲ ਕਿੱਥੇ ਜੇ ਖੜੀ ਹੈ? ਕੋਈ ਰਿਟਰਨ 'ਚ ਦਿੱਤਾ ਜਾਂ ਕੋਈ ਗੱਲ ਉਹਨਾਂ ਨੇ ਜਿਹੜਾ ਕੁਝ ਦਸਤਾਵੇਜ਼ ਭੇਜਿਆ? ਨਹੀਂ ਜੀ, ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਸੀ ਇਹ ਰੱਦ। ਹਾਂ, ਉਹਨਾਂ ਨੇ ਸਾਫ਼ ਸ਼ਬਦਾਂ 'ਚ ਪ੍ਰੈਸ ਕਾਨਫਰੰਸ 'ਚ ਰੱਦ ਸ਼ਬਦ ਪਰ ਮੈਂ ਹੁਣ ਕਹਿਣਾ ਨਾ ਜੀ, ਇਹੀ ਤੇ ਗੱਲ ਹੈ ਨਾ, ਇਸੇ ਕਰਕੇ ਅਸੀਂ ਕਿਹੜਾ ਅੰਦੋਲਨ ਖਤਮ ਕਰਤਾ ਜੀ, ਅਸੀਂ ਤਾਂ ਰਿਟਰਨ 'ਚ ਲਵਾਂਗੇ, ਰੱਦ ਲਵਾਂਗੇ। ਜੇ ਨਹੀਂ ਦਿੰਦੇ ਕੋਈ ਗੱਲ ਨਹੀਂ, ਸਾਡਾ ਅੰਦੋਲਨ ਜਾਰੀ ਹੈ, ਚੱਲੇਗਾ। ਜੇ ਸਰਕਾਰ ਬੜੀ ਸ਼ਾਤਰ, ਸਾਨੂੰ ਪਤਾ ਹੈ ਕਿ ਜਿਹੜੇ ਮੁਗਲ ਸਨ ਨਾ, ਮੁਗਲ ਜਿਹੜੇ ਸੀ ਉਹ ਲੜਾਕੇ ਸਨ, ਪਰ ਉਹ ਜ਼ਿਆਦਾ ਸ਼ੈਤਾਨ ਨਹੀਂ ਸਨ।
ਇਹ ਤਾਂ ਸਾਰੇ ਸ਼ੈਤਾਨੀ ਚਰਖੇ ਇਕੱਠੇ ਹੋਏ ਆ, ਇਹਨਾਂ ਤੋਂ ਇੰਨੀ ਛੇਤੀ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹਨਾਂ ਕੋਲੋਂ ਲਿਖਤੀ ਚ ਲਵਾਂਗੇ, ਲਿਖਤੀ ਚ ਲੈ ਕੇ ਉਹਨੂੰ ਅਸੀਂ ਪੂਰਾ ਜਾਂਚਾਂਗੇ, ਕੋਖਾਂਗੇ, ਕੋਖ ਕੇ ਫਿਰ ਅੰਦੋਲਨ ਪਿੱਛੇ ਮੁੜੇਗਾ, ਇੰਨੀ ਛੇਤੀ ਨਹੀਂ ਮੁੜਦਾ। ਇਸ ਕਰਕੇ ਜੇ ਸਰਕਾਰ ਮੰਨ ਵੀ ਜਾਂਦੀ ਆ, ਰਿਟਨ ਚ ਦੇ ਵੀ ਦਿੰਦੀ ਆ, ਫਿਰ ਵੀ ਸਾਡੀ ਪੂਰਾ ਸੰਯੁਕਤ ਮੋਰਚੇ ਦੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਜਿਹੜੇ ਸਾਡੇ ਐਡਵੋਕੇਟ ਦਾ ਪੈਨਲ ਹੈ ਉਹਨੂੰ ਬੁਲਾਇਆ ਜਾਏਗਾ। ਉਹ ਪੂਰਾ ਉਹਨੂੰ ਅਸੀਂ ਕੋਖਾਂਗੇ, ਉਹਦੇ ਤੇ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਉਹ ਸਾਰੀ ਵਿਚਾਰ ਚਰਚਾ ਕਰਕੇ ਅੰਦੋਲਨ ਨੂੰ ਵਾਪਸ ਲੈਣਾ ਚਾਹੀਦਾ ਕਿ ਨਹੀਂ, ਫਿਰ ਪਿੱਛੇ ਮੁੜਾਂਗੇ, ਇੰਨੀ ਛੇਤੀ ਨਹੀਂ ਮੁੜਦੇ। ਪਰਸਨਲ ਵਿਚਾਰਧਾਰਾ ਕੀ ਹੈ ਤੁਹਾਡੀ? ਕਿਸਾਨੀ ਆਗੂ ਹੋਣ ਦੇ ਨਾਤੇ ਨਹੀਂ ਪੁੱਛ ਰਿਹਾ, ਇੱਕ ਆਮ ਇਨਸਾਨ ਹੋਣ ਦੇ ਨਾਤੇ ਪੁੱਛ ਰਿਹਾ। ਹਾਲਾਂਕਿ ਬਹੁਤ ਸਾਰੇ ਕਾਮਰੇਡ ਵੀਰ ਵੀ ਆਪਦੀ ਵਿਚਾਰਧਾਰਾ ਔਰ ਖੁੱਲ ਕੇ ਦੱਸਦੇ ਹੈ ਕਿ ਅਸੀਂ ਇਹਨਾਂ ਚੀਜ਼ਾਂ ਸੈਟ ਆਫ ਲਾਈਨਸ ਤੇ ਚੱਲਦੇ ਹਾਂ। ਤੁਹਾਡੀ ਵਿਚਾਰਧਾਰਾ ਕੀ ਹੈ? ਦੇਖੋ, ਮੇਰੀ ਜਿਹੜੀ ਆ ਧਾਰਾ ਉਹ ਤਾਂ ਹੈਗੀ ਆ ਸਾਡੇ 10 ਗੁਰੂਆਂ ਸਾਹਿਬਾਨਾਂ ਨੇ ਜੋ ਗਾਈਡਲਾਈਨ ਦਿੱਤੀ ਹੈ ਉੱਤੇ ਚੱਲਦੇ ਆ। ਸਾਡੀ ਗੁਰਬਾਣੀ ਨੇ ਜੋ ਸਾਨੂੰ ਗਾਈਡਲਾਈਨ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਸਾਨੂੰ ਉਹਨਾਂ ਨੇ ਕਹਿ ਦਿਓ ਗਿਆਨ ਦਾ ਭੰਡਾਰ ਬਖਸ਼ਿਆ ਤੇ ਅਸੀਂ ਉਸ ਗਾਈਡਲਾਈਨ ਤੇ ਚੱਲਦੇ ਆ। ਉਹਦੇ ਵਿੱਚ ਸਭ ਕੁਝ ਸਮੋਇਆ ਹੋਇਆ, ਚਾਹੇ ਸਾਡੇ ਕੋਲ ਕਾਮਰੇਡ ਵੀਰ ਹੋਣ, ਚਾਹੇ ਕੋਈ ਹੋਰ ਵੀਰ ਹੋਣ, ਸਾਰਿਆਂ ਦਾ ਗਿਆਨ ਉਹਦੇ ਵਿੱਚ ਸ਼ਾਮਲ ਹੈ। ਔਰ ਇਹ ਵੀ ਮੈਂ ਕਹਾਂਗਾ ਕਿ ਸਾਡੇ ਕਾਮਰੇਡ ਵੀਰ ਵੀ ਸਾਰੇ ਨਮਨ ਕਰਦੇ ਆ, ਮੰਨਦੇ ਆ, ਉਹ ਉਸੇ ਧਾਰਾ ਚੋਂ ਆਉਂਦੇ ਨੇ। ਇਹ ਠੀਕ ਆ ਕਿ ਕਿਸੇ ਦੀ ਧਾਰਾ ਦੇ ਮੁਤਾਬਕ ਰੋਕਿਆ ਗਿਆ ਸੀ, ਮੇਰੇ ਖਿਆਲ ਸ਼ੁਰੂ ਦੇ ਵਿੱਚ ਇਹ ਇਤਰਾਜ਼ ਜਤਾਇਆ ਗਿਆ ਕਿ ਇੱਥੇ ਧਾਰਮਿਕ ਸ਼ਖਸੀਅਤਾਂ ਨੂੰ ਨਾ ਬੋਲਣ ਦਿੱਤਾ ਜਾਵੇ। ਨਹੀਂ, ਉਹ ਇਸ ਕਰਕੇ ਨਹੀਂ ਸੀ ਕਿ ਉਹਨਾਂ ਦੀ ਸੋਚ ਵੱਖਰੀ, ਇਸ ਕਰਕੇ ਸੀ ਕਿ ਸਾਡੀ ਸਟੇਜ ਤੇ ਬੁਲਾਰੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਇਹਨੂੰ ਆਪਾਂ ਲਿਮਿਟੇਸ਼ਨ ਕੋਈ ਰੱਖੀਏ ਜਿਹਦੇ ਮੁਤਾਬਕ ਆਪਣੀ ਜਿਹੜੀ ਸੰਚਾਲਨ ਦੀ ਸਾਡੀ ਪ੍ਰਥਾ ਆ ਜਾਂ ਸੰਚਾਲਨ ਸਾਡਾ ਉਹ ਭੰਗ ਨਾ ਹੋ ਸਕੇ। ਇਹਦੀ ਸਾਡੀ ਸਟੇਜ ਦੀ ਸੰਚਾਲਨ ਜਿਹੜਾ ਉਹ ਠੀਕ ਢੰਗ ਨਾਲ ਹੋ ਸਕੇ। ਲਾਈਨਸ ਕੌਣ ਤੈਅ ਕਰ ਰਿਹਾ? ਕੀ ਤੁਸੀਂ ਕੋਈ ਕਮੇਟੀ ਬਣਾਈ ਹੈ ਜਾਂ ਫਿਰ ਇੱਥੇ ਜਿਹੜੇ ਸ਼ਖਸ ਬੈਠਦੇ ਨੇ ਉਹ ਤੈਅ ਕਰਦੇ ਵੀ ਇਹਨੂੰ ਬੋਲਣ ਦਿੱਤਾ ਜਾਵੇ, ਇਹਨੂੰ ਨਾ ਬੋਲਣ ਦਿੱਤਾ ਜਾਵੇ? ਨਹੀਂ, ਅਸੀਂ ਉਹ ਬਿਲਕੁਲ ਆਪਣੀ ਪਹਿਲਾਂ ਤਾਂ 5 ਮੈਂਬਰੀ ਕਮੇਟੀ ਬਣਾਈ ਹੈ ਸੰਚਾਲਨ। ਸੈਕੰਡ, ਅਸੀਂ ਉਹਦੇ ਵਿੱਚ ਇਹ ਵੀ ਕੰਮ ਕਰ ਦਿੱਤਾ ਕਿ ਕਿਸੇ ਵੀ ਜਥੇਬੰਦੀ ਦੇ ਮਨ 'ਚ ਇਤਰਾਜ਼ ਨਾ ਆਵੇ ਤੇ ਉਹ 5 ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਡਿਊਟੀ ਲੱਗਦੀ ਰੋਜ਼ ਵੀ ਉਹਨੀ ਇਸ ਸਟੇਜ ਨੂੰ ਚਲਾਉਣਾ ਤੇ ਸਟੇਜ ਦੀ ਕਿਵੇਂ ਕਾਰਵਾਈ ਹੋਈ ਉਹਨੀ ਮੀਟਿੰਗ 'ਚ ਦੱਸਣਾ। ਜੇ ਕੋਈ ਊਣਤਾਈ ਰਹੀ ਉਹ ਵੀ ਪੇਸ਼ ਕਰਨੀ, ਜੇਕਰ ਹੋਰ ਇਹ 'ਚ ਕੋਈ ਸੋਧ ਹੋਣੀ ਚਾਹੀਦੀ ਉਹ ਵੀ ਉਹਨਾਂ ਨੇ ਪੇਸ਼ ਕਰਨੀ ਤੇ ਫਿਰ ਉਹ ਪੂਰੀਆਂ ਜਥੇਬੰਦੀਆਂ 'ਚ ਬੈਠ ਕੇ ਉਹਨੂੰ ਕੋਖਿਆ ਜਾਂਦਾ। ਇਹ ਬਹੁਤ ਵਧੀਆ ਚੰਗੀ ਗੱਲ ਹੈ ਕਿ ਬੜਾ ਸਾਡਾ ਸੁਮੇਲ ਵਧੀਆ ਬਣਿਆ ਹੋਇਆ। ਇਹਦੇ ਵਿੱਚ ਨੌਜਵਾਨ ਵੀ ਨੇ, ਇਹ 'ਚ ਬਜ਼ੁਰਗ ਵੀ ਨੇ, ਇਹਦੇ ਵਿੱਚ ਕਾਮਰੇਡ ਧਾਰਾ ਦੇ ਵੀਰ ਵੀ ਨੇ, ਇਹ 'ਚ ਪੰਥਕ ਧਾਰਾ ਦੇ ਵੀਰ ਵੀ ਨੇ, ਪਰ ਸੁਮੇਲ ਬਹੁਤ ਚੰਗਾ ਕਿਉਂਕਿ ਸਾਰੇ ਇੱਕ ਨੇ, ਇੱਕ ਦੂਜੇ ਦੇ ਹਾਮੀ ਭਰਦੇ ਨੇ। ਦੀਪ ਸਿੱਧੂ ਨੂੰ ਨਾਮ ਬੋਲਣ ਦਿੱਤਾ ਜਾਵੇ, ਇਹ ਫੈਸਲਾ ਕਿਹਦਾ ਸੀਗਾ? ਨਹੀਂ, ਦੀਪ ਸਿੱਧੂ ਨੇ ਆਪ ਕੀਤਾ। ਉਹਨੂੰ ਅਸੀਂ ਸਾਡੀ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦੇ ਨਾਲ ਕਿ ਵੀਰੇ ਤੂੰ ਸਾਡੇ ਨਾਲ ਚੱਲ, ਪਰ ਉਹ ਤਾਂ ਕਹਿਣ ਲੱਗ ਪਿਆ ਇਹਨਾਂ ਆਗੂਆਂ ਨੂੰ ਪਤਾ ਹੀ ਨਹੀਂ ਇਹ 40 ਸਾਲ ਪੁਰਾਣਾ ਅੰਦੋਲਨ ਲੜ ਰਹੇ ਨੇ, ਇਹ ਤਾਂ 40 ਸਾਲ ਪੁਰਾਣੀ ਸੋਚ ਰੱਖਦੇ ਨੇ, ਅੱਜ ਦਾ ਅੰਦੋਲਨ ਹੁਣ ਤੇ ਢੰਗ ਨਾਲ ਹੋਣਾ ਚਾਹੀਦਾ। ਫਿਰ ਜਦ 40 ਸਾਲ ਪੁਰਾਣੇ ਵਾਲੇ ਅੰਦੋਲਨ ਚਲਾ ਰਹੇ ਨੇ ਫਿਰ ਇਸ ਸਟੇਜ ਤੇ ਉਹਦਾ ਕਾਹਦਾ ਕੰਮ? ਫਿਰ ਉਹ ਆਪਣੀ ਅੰਦੋਲਨ ਦੀ ਸਟੇਜ ਲਾਵੇ ਨਾ ਵੱਖਰੀ, ਆਪਣੀ ਸੋਚ ਲੋਕਾਂ ਨੂੰ ਦੱਸੇ, ਫਿਰ ਇਸ ਸਟੇਜ ਤੇ ਕਾਹਨੂੰ ਆਵੇ? ਇਸ ਕਰਕੇ ਰੋਕਿਆ ਗਿਆ ਉਹਨੂੰ ਵੀ ਭਾਈ ਜੇ ਸਾਡੀ ਤੂੰ ਸੋਚ ਨੂੰ ਚੈਲੰਜ ਕਰਦਾ ਫਿਰ ਸਾਡੀ ਸਟੇਜ ਵੀ ਕਾਹਦੀ ਤੇਰੀ? ਫਿਰ ਤਾਂ ਸਾਡੀ ਸਟੇਜ ਨਹੀਂ ਨਾ ਸਾਡੀ ਹੋਈ, ਅਸੀਂ ਤਾਂ ਘੱਟ ਸੋਚ ਵਾਲੇ ਆ, ਅਸੀਂ ਤਾਂ ਪੁਰਾਣੀ ਸੋਚ ਵਾਲੇ ਆ, ਫਿਰ ਸਾਡੀ ਪੁਰਾਣੀ ਸੋਚ ਵਾਲਿਆਂ ਕੋ ਕਾਹਤੇ ਆਣਾ ਵੀਰੇ? ਫਿਰ ਆਪਣੀ ਚੰਗੀ ਸੋਚ ਵਾਲੀ ਸਟੇਜ ਕੋਈ ਦੇਖ ਲੈ। ਇਹ ਗੱਲ ਸੀ, ਇਸ ਕਰਕੇ ਅਸੀਂ ਉਹਦੇ ਦੋਖੀ ਨਹੀਂ। ਸਾਡਾ ਪੰਜਾਬੀ ਪੁੱਤਰ ਹੈ ਪਰ ਉਹਨੇ ਕੁਝ ਊਣਤਾਈਆਂ ਕੀਤੀਆਂ, 1-2 ਵਾਰ ਬਰਦਾਸ਼ਤ ਹੁੰਦੀਆਂ, ਜ਼ਿਆਦਾ ਸਮਾਂ ਕੋਈ ਨਹੀਂ ਬਰਦਾਸ਼ਤ ਕਰਦਾ। ਲੋਕ ਇਹ ਚਾਹੁੰਦੇ ਜਿਹੜਾ ਨੈਰੇਟਿਵ ਹੈ ਪਬਲਿਕ ਦਾ ਕਿ ਜਿੱਥੇ ਸਾਰੇ ਇੱਕ ਧਾਗੇ 'ਚ ਪਰੋਏਗੇ ਤਾਂ ਜਿਹੜੇ ਮਾੜੇ ਮੋਟੇ ਕੋਈ ਰਹਿ ਗਏ ਉਹਨਾਂ ਨੂੰ ਵੀ ਕਿਉਂ ਨਾ ਨਾਲ ਲੈ ਕੇ ਤੁਰੀਏ। ਨਹੀਂ, ਅਸੀਂ ਤਾਂ ਪਰੋਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਸਾਡੀ ਬਰਦਾਸ਼ਤ ਦੀ ਹੱਦ ਵੇਖੋਗੇ, ਜਿਹੜੇ ਸਟੇਜਾਂ ਤੋਂ ਸਾਨੂੰ ਆ ਕੇ ਮੰਦਾ ਬੋਲ ਕੇ ਜਾਂਦੇ ਨੇ ਅਸੀਂ ਫਿਰ ਉਹਨਾਂ ਨੂੰ ਕਲਾਵੇ 'ਚ ਲੈ ਲੈਂਦੇ ਆ। ਇਹ ਸਾਡੀ ਕਿਸਾਨਾਂ ਦੀ ਤੁਸੀਂ ਦੇਖੋ ਕਿੰਨੀ ਕੁ ਸਹਿਣਸ਼ੀਲਤਾ ਹੈ ਇਹ, ਕਿਉਂਕਿ ਜੇਕਰ ਅੱਜ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦਾ ਮੱਕੜ ਸਾਹਿਬ, ਜੇਕਰ ਇਸ ਅੰਦੋਲਨ ਦੀ ਜਿੱਤ ਹੁੰਦੀ ਹੈ ਫੇਰ ਤਾਂ ਉਹਨਾਂ ਆਗੂਆਂ ਨੇ ਵੀ ਟੱਪ ਕੇ ਮੂਹਰੇ ਹਾਰ ਪਾਉਣੇ ਆ, ਭੰਗੜੇ ਪਾਉਣੇ ਆ ਕਿ ਅਸੀਂ ਵੀ ਸ਼ਾਮਲ ਸੀ, ਅਸੀਂ ਵੀ ਸਟੇਜਾਂ ਤੋਂ ਬੋਲਦੇ ਸੀ। ਤੇ ਜੇਕਰ ਵਾਹਿਗੁਰੂ ਨਾ ਕਰੇ ਕੋਈ ਊਣਤਾਈ ਰਹਿ ਗਈ ਤਾਂ ਫਿਰ ਕਹਿਣਾ ਨਹੀਂ ਕੱਤੀਆਂ ਨੇ ਕੀਤੀ ਹੈ, ਇਹਨਾਂ ਦੀ ਸੂਝ ਹੈ ਨਹੀਂ ਸੀ। ਤੇ ਫਿਰ ਭਾਈ ਜੇ ਠੀਕਰਾ ਸਾਡੇ ਸਿਰ ਭੰਨਣਾ ਤਾਂ ਫਿਰ ਚੰਗਿਆਈ ਦਾ ਵੀ ਸਾਡੇ ਸਿਰ ਹੀ ਭੱਜਣ ਦਿਓ, ਬੇਨਤੀ ਕਰਦੇ ਆ। ਫਿਰ ਸਾਨੂੰ ਮੱਤਾ ਨਾ ਦਿਓ, ਸਾਡਾ ਸਾਥ ਦਿਓ ਜਿਵੇਂ ਅਸੀਂ ਚਲਾਉਂਦੇ। ਕ੍ਰੈਡਿਟ ਵਾਰ ਤਾਂ ਨਹੀਂ ਹੈਗੀ ਅਜੇ ਤੱਕ, ਕੋਈ ਕ੍ਰੈਡਿਟ ਵਾਰ ਨਹੀਂ। ਮੈਂ ਤਾਂ ਇਹ ਸਮਝਦਾ ਕਿ ਵਾਹਿਗੁਰੂ ਇਹਦੀ ਜਿੱਤ ਦੇਵੇ ਤੇ ਸਭ ਤੋਂ ਪਹਿਲਾਂ ਮੈਂ ਵਿਡਰਾਅ ਕਰੂੰਗਾ ਆਪਣੀ ਜਥੇਬੰਦੀ ਵੱਲੋਂ ਕਿ ਅਸੀਂ ਇਹ ਸਾਡੀ ਜਿੱਤ ਨਹੀਂ, ਇਹ ਆਮ ਲੋਕਾਂ ਦੀ ਜਿੱਤ ਹੈ, ਇਹ ਨੌਜਵਾਨਾਂ ਦੀ ਜਿੱਤ ਹੈ, ਇਹ ਪੂਰੇ ਭਾਰਤ ਦੇ ਕਿਸਾਨਾਂ ਦੀ ਜਿੱਤ ਹੈ। ਇਹ ਕੋਈ ਇਹਦੇ ਵਿੱਚ ਮੇਰੀ ਬੁੱਧੀ ਨੇ ਕੰਮ ਨਹੀਂ ਕੀਤਾ, ਸਾਡੀ ਬੁੱਧੀ ਇੱਥੇ ਕੰਮ ਨਹੀਂ ਕਰ ਰਹੀ। ਇੱਥੇ ਮੇਰਾ ਬਾਬਾ ਨਾਨਕ ਵੀ ਬੈਠਾ, ਇੱਥੇ ਮੇਰਾ ਸੰਤ ਸਿਪਾਹੀ ਦਸ਼ਮੇਸ਼ ਪਿਤਾ ਵੀ ਬੈਠਾ ਤੇ ਇਹ ਉਹਦੀ ਸੋਚ ਨਾਲ ਚੱਲ ਰਿਹਾ ਸਾਰਾ ਕੁਝ। ਕੋਈ ਆਗੂ ਇੱਥੇ ਕਹਿ ਦੇਵੇ ਜਾ ਕੇ ਕੱਲ ਨੂੰ ਕਿ ਮੇਰੇ ਇਹ
ਸੋਚ ਨਾਲ ਚੱਲਿਆ, ਨਹੀਂ, ਉਹਦੀ ਸੋਚ ਨਾਲ ਨਹੀਂ ਚੱਲ ਰਿਹਾ। ਇਹ ਉਹ ਗੁਰੂ ਸਾਹਿਬਾਨ ਚਲਾ ਰਹੇ ਆ, ਸਾਡੇ ਉਹ ਜਿਹੜੇ 10 ਪਿਤਾ ਨੇ ਬੈਠੇ ਉਹ ਚਲਾ ਰਹੇ ਨੇ ਉੱਪਰੋਂ, ਉਹ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਹੈ। ਇਸ ਕਰਕੇ ਹੀ ਅੱਜ ਤੱਕ ਤੁਸੀਂ ਦੇਖਿਆ ਹੋਊਗਾ ਬੜੀ ਵਾਰ ਸਟੇਜਾਂ ਤੇ ਤਲਖੀ ਹੋਈ ਹੈ। ਮੋਰੇ ਵੀ ਇੱਕ ਦਿਨ ਇੱਕ ਨਗਰ ਨਾਲ ਝਗੜਾ ਹੋਣ ਲੱਗਾ ਸੀ, ਪਰ ਉਹ ਬਾਬਾ ਨਾਨਕ ਆ ਕੇ ਬਹਿ ਜਾਂਦਾ, ਉਹ 10 ਪਿਤਾ ਆਪ ਆਪਣੀ ਦੀ ਸ਼ਮਸ਼ੀਰ ਲੈ ਕੇ ਬਹਿ ਜਾਂਦਾ, ਖਬਰਦਾਰ ਜੇ ਕੋਈ ਫਸਿਆ ਤੇ ਸਾਰੇ ਫਿਰ ਇਕੱਠੇ ਹੋ ਜਾਂਦੇ, ਜੱਫੀਆਂ ਪਵਾ ਕੇ ਜਾਂਦਾ। ਉਹ ਬਾਬੇ ਨਾਨਕ ਦੀ ਕਿਰਪਾ ਹੈ, ਉਹ ਮੇਰੇ 10 ਪਿਤਾ ਦੀ ਕਿਰਪਾ ਹੈ। ਟਰਾਲੀ ਟਾਈਮਸ ਨੂੰ ਜਿਵੇਂ ਜਥੇਬੰਦੀਆਂ ਨੇ ਕਿਹਾ ਕਿ ਸਾਡੇ ਵੱਲੋਂ ਨਹੀਂ ਹੈ, ਸਾਡਾ ਨਹੀਂ ਹੈ, ਤਾਂ ਇੱਕ ਉੱਥੋਂ ਸੰਪਾਦਕੀ ਲਿਖਣ ਵਾਲੇ ਸਿੱਖ ਵਿਦਵਾਨ ਨੇ ਕਿਹਾ ਕਿ ਕੁਝ ਕਾਮਰੇਡਾਂ ਨੂੰ ਮੇਰੇ ਨਾਲ ਦਿੱਕਤ ਸੀ ਤਾਂ ਸਾਨੂੰ ਪਾਸੇ ਕਰਤਾ, ਅਦਰਵਾਈਜ਼ ਅਸੀਂ ਗੱਲ ਤਾਂ ਕਿਸਾਨੀ ਦੀ ਕਰ ਰਹੇ ਹਾਂ ਇੱਥੇ। ਨਹੀਂ, ਮੈਨੂੰ ਤਾਂ ਇਹ ਪਤਾ ਲੱਗਾ ਜੀ ਮਗਰੋਂ, ਮੈਂ ਮਾਫੀ ਚਾਹੁੰਦਾ ਉਹ ਟਰਾਲੀ ਟਾਈਮ ਵਾਲਿਆਂ ਤੋਂ, ਉਹਨਾਂ ਨੇ ਇੱਕ ਮਿਸਟੇਕ ਕਰ ਲਈ, ਉਸ ਬੁੱਧੀਜੀਵੀ ਨੂੰ ਨਾਲ ਬਿਠਾ ਲਿਆ। ਉਹ ਬੁੱਧੀਜੀਵੀ ਇਹ ਦੱਸਣ ਲੱਗ ਪਿਆ ਵੀ ਟਰਾਲੀ ਟਾਈਮ ਹੈਗੀ ਮੇਰੀ ਹੈ, ਮੇਰੀ ਉਹਨਾਂ ਨਾਲ ਬਾਅਦ ਚ ਗੱਲ ਹੋਈ ਹੈ, ਮੈਂ ਉਹ ਰੱਖਣੀ ਆ ਹੁਣ ਮੀਟਿੰਗ ਚ, ਕੱਲ ਪਰਸੋਂ ਗੱਲ ਹੋਈ ਉਹਨਾਂ ਦੇ ਨਾਲ। ਉਹ ਕਹਿੰਦੇ ਉਹ ਨਹੀਂ, ਉਹ ਕਹਿੰਦੇ ਸਾਡਾ ਹਿੱਸਾ ਹੀ ਨਹੀਂ ਸੀ, ਉਹ ਤਾਂ ਕਹਿੰਦੇ ਸਾਡੇ ਘਰ ਆ ਗਿਆ, ਸਾਨੂੰ ਕੈਪਚਰ ਕਰ ਲਿਆ। ਹੁਣ ਇਹ ਜਿਹੜੇ ਲੋਕ ਕਰਦੇ ਨੇ ਇਦਾਂ, ਇਹ ਜਿਹੜੇ ਲੋਕ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਜਿੱਥੇ ਕਿ ਦੇਖਦੇ ਆ ਨਾ ਵੀ ਮਾੜੀ ਮੋਟੀ ਬਲਦੀ ਅੱਗ ਹੈ, ਉਹਦੇ ਤੇ ਤੇਲ ਪਾਉਣ ਚਲ ਜਾਂਦੇ ਆ ਵੀ ਅਸੀਂ ਭਾਂਬੜ ਮਚਾਇਆ, ਤੇ ਉਹ ਭਾਂਬੜ ਦੇ ਮੋਹਰੀ ਹੋ ਜਾਂਦੇ ਨੇ। ਉਹ ਇਹ ਲੋਕ ਨੇ, ਉਹ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਬਕਾਇਦਾ, ਉਹ ਟਰਾਲੀ ਟਾਈਮਸ ਵਾਲਿਆਂ ਨਾਲ। ਉਹ ਕਹਿੰਦੇ ਵੀ ਸਾਡੇ ਕੋਲੋਂ ਮਿਸਟੇਕ ਹੋਈ ਵੀ ਸਾਨੂੰ ਉਹ ਕੈਪਚਰ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਿਆ, ਤੇ ਉਹਨੇ ਸ਼ੋਅ ਇਸ ਤਰ੍ਹਾਂ ਕੀਤਾ ਕਿ ਟਰਾਲੀ ਟਾਈਮਸ ਹੈ ਹੀ ਮੇਰਾ, ਪਰ ਉਹਦਾ ਨਹੀਂ ਹੈਗਾ। ਅਸੀਂ ਇਸ ਕਰਕੇ ਉਹਨੂੰ ਬਾਹਰ ਕੱਢ ਦਿੱਤਾ, ਕਿਉਂਕਿ ਤੁਹਾਡਾ ਸਮਰਥਨ ਹੈਗਾ ਟਰਾਲੀ ਟਾਈਮਸ? ਨਹੀਂ, ਦੇਖੋ ਉਹ ਸਾਡੀ ਜਿੰਨੀਆਂ ਜਥੇਬੰਦੀਆਂ ਉਹਦੇ ਵਿੱਚ ਫੈਸਲਾ ਹੁੰਦਾ, ਮੈਂ ਇਕੱਲਾ ਆਪਣੀ ਮੇਰੀ ਰਾਏ ਉਹਦੇ ਬਾਰੇ ਨਹੀਂ ਦੇ ਸਕਦਾ। ਹੁਣ ਤੱਕ ਦਾ ਕੀ ਫੈਸਲਾ ਹੈ ਜਥੇਬੰਦੀਆਂ ਦਾ? ਜਥੇਬੰਦੀਆਂ ਦਾ ਇਹ ਫੈਸਲਾ ਸੀ ਵੀ ਜਿਹੜਾ ਕਿਸਾਨ ਆਗੂਆਂ ਦੇ ਖਿਲਾਫ ਬੋਲੇਗਾ, ਮੈਂ ਇਸ ਕਰਕੇ ਨਹੀਂ ਵੀ ਕੋਈ ਈਗੋ ਆ ਕਿਸਾਨ ਆਗੂਆਂ ਦੀ, ਇਸ ਕਰਕੇ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਂਦੇ ਨੇ ਜਿਹੜੇ ਲੋਕ ਆਗੂਆਂ ਨੂੰ ਪਰੇ ਕਰਕੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ। ਇਸ ਕਰਕੇ ਉਹ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਵਿਗਾੜ ਨਾ ਦੇਣ। ਇਹ ਉਹਨਾਂ ਆਗੂਆਂ ਦਾ ਫਿਕਰਮੰਦ ਨੇ। ਉਹ ਇਹ ਸਾਡੇ ਨੌਜਵਾਨ ਜਿੰਨੇ ਪੁੱਤਰ ਪੰਜਾਬ ਦੇ ਆਏ ਨੇ, ਅਸੀਂ ਉਹਨਾਂ ਨੂੰ ਸੁਰੱਖਿਅਤ ਲੈ ਕੇ ਜਾਣਾ, ਉਹਨਾਂ ਦੇ ਗੋਲੀਆਂ ਮਰਵਾਉਣ ਨਹੀਂ ਲਿਆਏ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਮਾਂ ਦਾ ਪੁੱਤ ਵਾਪਸ ਲੈ ਕੇ ਜਾਣਾ। ਇਸ ਕਰਕੇ ਫਿਕਰਮੰਦ ਨੇ ਉਹ ਆਗੂ, ਤੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਇਹਦੇ ਵਿੱਚ ਜਿਹੜਾ ਕੋਈ ਆਗੂ ਇਸ ਤਰ੍ਹਾਂ ਦੀ ਸ਼ਬਦਾਵਲੀ ਨਾ ਵਰਤੇ, ਇਸ ਕਰਕੇ ਇਹਨੂੰ ਕੋਈ ਹਾਇਰ ਨਾ ਕਰ ਲਵੇ, ਆਪਣਾ ਇਹਨੂੰ ਕਿਤੇ ਕੈਪਚਰ ਨਾ ਕਰ ਲਵੇ। ਇਸ ਕਰਕੇ ਇਹ ਫਿਕਰਮੰਦ ਹੋ ਕੇ ਕਹਿੰਦੇ ਨੇ। ਤੁਹਾਨੂੰ ਇਹ ਲੱਗਦਾ ਹੈ ਕਿ ਕਿਸੇ ਤਰ੍ਹਾਂ ਦੀ ਵਾਇਲੈਂਸ ਹੋ ਸਕਦੀ ਹੈ? ਬਿਲਕੁਲ, ਇੱਥੇ ਆਉਂਦੇ ਨੇ ਵਾਇਲੈਂਸ ਕਰਨ ਵਾਲੇ, ਬੜੇ ਬੜੇ ਤੱਤੇ ਆਉਂਦੇ ਨੇ। ਸਪਾਂਸਰਡ ਹੋ ਸਕਦੀ ਹੈ ਜਾਂ ਸਾਨੂੰ ਸ਼ਿਕਾਇਤਾਂ ਮਿਲੀਆਂ, ਜੈਪੁਰ ਬਾਰਡਰ ਹੋਇਆ, ਵਾਇਲੈਂਸ ਹੋਈ ਹੈ ਉੱਥੇ, ਔਰ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੇ ਇੱਕ ਸ਼ਖਸ ਆਇਆ, ਉਹ ਸਾਨੂੰ ਵਾਇਲੈਂਸ ਕਰਕੇ ਗਿਆ ਕ੍ਰੀਏਟ। ਅਸੀਂ ਨਹੀਂ ਨਾ ਲੈਣਾ ਉਹਦਾ, ਉਸ ਸ਼ਖਸ ਨੂੰ ਪਤਾ ਹੋਏਗਾ ਕੀ ਕੀਤਾ ਹੁਣ ਜਾ ਕੇ। ਇਸ ਕਰਕੇ ਟਰਾਲੀਆਂ ਅੱਗੇ ਵਧੀਆਂ, ਤੁਸੀਂ ਉਹਦਾ ਸਮਰਥਨ ਨਹੀਂ ਕਰਦੇ ਜੈਪੁਰ? ਬਿਲਕੁਲ, ਉਹ ਸਾਡੇ ਬੱਚੇ ਨੇ। ਮੈਂ ਅੱਜ ਜਾਣਾ ਸੀ ਉੱਥੇ, ਮੈਂ ਉਹਨਾਂ ਕੋਲੋਂ ਮਾਫੀ ਮੰਗੀ ਆ ਉੱਥੇ ਆਗੂਆਂ ਤੋਂ। ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਵਾਅਦਾ ਕੀਤਾ ਸਵੇਰੇ ਆਵਾਂਗਾ ਕਿ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਇਹ ਆਗੂਆਂ ਦੀ ਕਮਜ਼ੋਰੀ ਨਹੀਂ, ਤੇ ਇੱਥੇ ਬੈਠੇ ਨੇ। ਇਹ ਸੰਯੁਕਤ ਮੋਰਚੇ ਦਾ ਫੈਸਲਾ ਸੀ। ਹਰ ਇੱਕ ਅੰਦੋਲਨ ਦੀ ਰਣਨੀਤੀ ਹੁੰਦੀ ਹੈ, ਹਰ ਯੁੱਧ ਦੀ ਰਣਨੀਤੀ ਹੁੰਦੀ ਆ। ਉਹਨੇ ਆਪਣੇ ਅਸਤਰ ਸ਼ਸਤਰ ਰੱਖੇ ਹੁੰਦੇ ਨੇ, ਕਿਸੇ ਨੇ ਕੋਈ ਸ਼ਸਤਰ ਬ੍ਰਹਮਅਸਤਰ ਰੱਖਿਆ ਆ, ਕਿਸੇ ਨੇ ਕੋਈ ਤਪੱਸਿਆ ਕਰਕੇ ਕੋਈ ਸ਼ਸਤਰ ਰੱਖਿਆ ਆ, ਇਹ ਦਿव्य ਸ਼ਸਤਰ ਰੱਖੇ ਹੋਏ ਆ। ਇਸੇ ਤਰ੍ਹਾਂ ਇਹ ਸਾਡੇ ਅੰਦੋਲਨ ਦੇ ਸ਼ਸਤਰ ਨੇ ਕਿ ਅੱਜ ਉਹ ਬਾਰਡਰ ਪਿੱਛੇ ਖੜਾ, ਸਰਕਾਰ ਨਹੀਂ ਮੰਨੇਗੀ, ਉਹ ਵੀ ਅੱਗੇ ਆਏਗਾ, ਸਰਕਾਰ ਨੂੰ ਘੇਰਾਬੰਦੀ ਕਰਾਂਗੇ। ਇਹ ਸ਼ਸਤਰ ਹੁੰਦੇ ਨੇ, ਕਿਹੜਾ ਸ਼ਸਤਰ ਕਦੋਂ ਚਲਾਉਣਾ ਉਹ ਅੰਦੋਲਨਕਾਰੀ ਸਮਝਦੇ ਨੇ, ਪਰ ਇਹ ਲੋਕ ਨਹੀਂ ਸਮਝਦੇ। ਇਹ ਕਹਿੰਦੇ ਸਾਰੇ ਸ਼ਸਤਰ ਖਤਮ ਕਰ ਦਿਓ, ਇੱਕੋ ਵਾਰੀ ਚਲਾ ਦਿਓ, ਤੋਪਾਂ ਟੈਂਕ ਜਾ ਕੇ ਬਹਿ ਜਾਓ। ਉੱਥੇ ਕਿਤੇ ਇਹਨਾਂ ਲਈ ਚਿੱਠੀ ਲਾ ਕੇ ਰੱਖੀ ਹੋ ਨਰਿੰਦਰ ਮੋਦੀ ਨੇ, ਉੱਥੇ ਸੰਵਿਧਾਨ ਦੇ ਵਿੱਚ ਇਹਨਾਂ ਲਈ ਲਿਖ ਕੇ ਰੱਖਿਆ ਸਾਰਾ ਕੁਝ। ਜਿਹੜੇ ਸ਼ਸਤਰ ਆ ਉਹ ਚਲਾਉਣੇ ਪੈਣੇ ਆ ਸਮੇਂ ਸਿਰ, ਉਹ ਕਲਮ ਉਹਨਾਂ ਦੀ ਚਲਾਉਣ ਨੂੰ ਧੱਕਾ ਲਾਉਣਾ ਪੈਣਾ। ਉਹਦੇ ਵਾਸਤੇ ਇਹ ਸਾਰੇ ਆਗੂ ਸਿਆਣੇ ਨੇ, ਜਾਂਚਦੇ ਨੇ, ਬੜੀ ਘੋਖ ਰੱਖਦੇ ਨੇ ਕਿ ਕਿਹੜਾ ਸ਼ਸਤਰ ਕਦੋਂ ਚਲਾਉਣਾ ਹੈ। ਤੇ ਫਿਰ ਉਹ ਅਸੀਂ ਉਹ ਜਿਹੜੇ ਬੱਚੇ ਅੱਗੇ ਗਏ ਨੇ ਉਹਨਾਂ ਨੂੰ ਸ਼ਾਂਤ ਕੀਤਾ ਕਿ ਘਬਰਾਓ ਨਾ, ਆ ਸਾਨੂੰ 4 ਤਰੀਕ ਵੇਖਣ ਦਿਓ, ਅਸੀਂ ਅੱਗੇ ਲੈ ਆਉਣੇ ਆ ਇਹ ਬਾਰਡਰ ਤੋੜ ਕੇ ਅੱਗੇ। ਤਾਂ ਤੁਸੀਂ ਤਾਂ ਉਹ ਥੋੜੀ ਦੇਰ ਹੀ ਜਾ ਕੇ ਬਹਿ ਗਏ ਨੇ ਅੱਗੇ, ਅਸੀਂ ਉਹਨਾਂ ਨੂੰ ਪੂਰੇ ਦਿੱਲੀ ਦੇ ਬਾਰਡਰ ਤੇ ਲੈ ਕੇ ਆਉਣਾ। ਅਸੀਂ ਆਵਾਂਗੇ, ਅਸੀਂ ਹੋ ਸਕਦਾ ਇਧਰੋਂ ਕੋਈ ਟਰਾਲੀਆਂ ਭੇਜ ਦਈਏ, ਔਰ ਬਿਲਕੁਲ ਉਹ ਸਾਡੇ ਬੱਚੇ ਨੇ, ਪਰ ਉਹਨਾਂ ਨੂੰ ਗਲਤ ਗੁੰਮਰਾਹ ਕੀਤਾ ਗਿਆ। ਉਸ ਅੰਦੋਲਨ ਨੂੰ ਇਹ ਮੈਂ ਕਹਿ ਸਕਦਾ, ਕੱਲ ਇਹ ਗੱਲ ਆਈ ਹੈ, ਮੈਂ ਨੌਜਵਾਨਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਉਹ ਭੜਕੀਲੇ ਲੋਕਾਂ ਨੇ ਕੀ ਕੀਤਾ। ਜਿਹੜਾ ਜੈਪੁਰ ਵਾਲਾ ਸਾਡਾ ਸੀ, ਸ਼ਾਹਜਹਾਂਪੁਰ ਵਾਲਾ ਬਾਰਡਰ ਸੀ ਸਾਡਾ, ਉਹਨੂੰ 25-30% ਕਮਜ਼ੋਰ ਕਰਤਾ। ਉਹ ਕਿਵੇਂ ਕੀਤਾ ਕਿ ਲੋਕਾਂ ਨੂੰ ਤੱਤੇ ਕਰਕੇ, ਗਰਮ ਕਰਕੇ, ਉਹ ਤੁਸੀਂ ਕਿੱਥੇ ਬੈਠੇ ਹੋ, ਬਾਰਡਰ ਤੋਂ ਅੱਗੇ, ਬਾਰਡਰ ਤੇ ਚੱਲੋ। ਉਹ ਜਿਹੜੇ ਕੁਝ ਬੱਚੇ ਚਲੇ ਗਏ, ਪਰ ਜਿਹੜੇ ਆਗੂ ਸਨ ਉਹ ਕਹਿੰਦੇ ਅਸੀਂ ਸੰਯੁਕਤ ਮੋਰਚੇ ਦੇ ਹੁਕਮ ਤੋਂ ਅੱਗੇ ਨਹੀਂ ਜਾਣਾ। ਉਹ ਉੱਥੇ ਹੁਕਮ ਬੱਚੇ ਬੈਠੇ ਸੀ, ਉਹ ਡਿਸਪਲਿਨ 'ਚ ਬੈਠੇ ਸਨ, ਤੇ ਉਹ ਜਦੋਂ ਡਿਸਪਲਿਨ ਭੰਗ ਕੀਤਾ, 15 ਟਰਾਲੀਆਂ ਅੱਗੇ ਗਈਆਂ। ਕੁਝ ਨੌਜਵਾਨ ਜਿਹੜੇ ਅੱਗੇ ਨਹੀਂ ਗਏ ਉਹ ਨਾਰਾਜ਼ ਹੋ ਕੇ ਪਿੱਛੇ ਮੁੜ ਗਏ। ਤੇ ਫਿਰ ਉਸ ਬੰਦੇ ਨੇ ਜਿਹਨੇ ਭੜਕਾਹਟ ਪੈਦਾ ਕੀਤੀ, ਜਿਹੜਾ ਤੱਤਾ ਬੋਲਿਆ, ਉਹਨੇ ਅੰਦੋਲਨ ਨੂੰ ਢਾਹ ਨਹੀਂ ਲਾਈ ਹੈ,
ਉਹਨੇ 25-30% ਉਹ ਬਾਰਡਰ ਨੂੰ ਕਮਜ਼ੋਰ ਨਹੀਂ ਕੀਤਾ, ਉਹ ਕਮਜ਼ੋਰ ਕਰਨ ਆਇਆ ਨਹੀਂ। ਫਿਰ ਉਹਨੂੰ ਅਸੀਂ ਕਿਉਂ ਨਾ ਕਹੀਏ ਵੀ ਤੂੰ ਕਮਜ਼ੋਰ ਕਰ ਰਿਹਾ? ਉਹ ਇਸ ਅੰਦੋਲਨ ਨੂੰ ਖਰਾਬ ਕਰਨਗੇ। ਇਸ ਕਰਕੇ ਜਿਹੜੇ 31 ਆਗੂ ਨੇ, ਇਹਨਾਂ 32 ਆਗੂਆਂ ਦੀ ਗੱਲ ਜਿਹੜੀ ਆ ਉਹ ਬਿਲਕੁਲ ਕੱਲਾ ਸ਼ਸਤਰ ਕਦੋਂ ਚਲਾਉਣਾ ਉਹ ਇਹਨਾਂ ਨੂੰ ਪਤਾ ਹੈ। ਇਹਨਾਂ ਦੀ ਆਗਿਆ ਮੰਨ ਕੇ ਚੱਲਣ ਨੌਜਵਾਨ ਸਾਰੇ। ਮੈਂ ਅੱਜ ਵੀ ਕਹਿਣਾ, ਹੁਣ ਵੀ ਕਹਿਣਾ ਕਿ ਉੜਦੇ ਪੰਛੀਆਂ ਮਗਰ ਲੱਗਣ ਦੀ ਲੋੜ ਨਹੀਂ ਹੈ। ਅਸੀਂ ਕੱਛੂ ਵਾਲੀ ਚਾਲ ਚੱਲਣਾ, ਹੀ ਜਿੱਤ ਤੇ ਜਾਣਾ। ਉਹ ਛੇ ਵਾਲੀ ਚਾਲ ਚੱਲ ਕੇ ਕਹਿੰਦਾ ਥੱਕ ਹਾਰ ਕੇ ਬਿਠਾ ਦਈਏ। ਪਰ ਦੋਨਾਂ ਦਾ ਮੋਟਿਵ ਤਾਂ ਇੱਕ ਹੀ ਹੈ ਨਾ, ਦੋ ਜਿੱਤ ਉਹ ਚਾਹੁੰਦੇ ਆ, ਜਿੱਤ ਤੁਸੀਂ ਚਾਹੁੰਦੇ ਹੋ। ਤੇ ਜੇ ਉਹਦੇ ਮੋਟਿਵ ਨਾਲ ਜਿੱਤ ਤੇ ਨਾ ਪਹੁੰਚੀਏ ਫਿਰ ਨੁਕਸਾਨ ਹੋ ਜਾਵੇ, ਫਿਰ ਕੌਣ ਜ਼ਿੰਮੇਵਾਰ ਹੈ? ਇਸ ਕਰਕੇ ਅਸੀਂ ਤਾਂ ਭਾਈ ਆਪਣੀ ਚਾਲ 'ਚ ਚੱਲੇ ਹੋਏ ਆ ਔਰ ਜਿੱਤਣਾ ਹੈ। ਅਸੀਂ ਉਸ ਰੇਸ ਜਿਹਦੇ ਵਿੱਚ ਸ਼ਾਮਲ ਹੋਏ ਆ, ਨਰਿੰਦਰ ਮੋਦੀ ਨੇ ਸਾਡੀ ਰੇਸ ਹੈ, ਅਸੀਂ ਉਹਦੇ ਵਿੱਚ ਜਿੱਤ ਕਰਨੀ ਹੈ। ਕੀ ਤੁਹਾਨੂੰ ਲੱਗਦਾ ਉਹਨਾਂ ਨੂੰ ਤੁਹਾਡੀ ਮਨਸ਼ਾ ਤੇ ਸ਼ੱਕ ਹੈ? ਇਹ ਬਹੁਤ ਵੱਡਾ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਇੱਕ ਬੰਦੇ ਤੇ ਸਾਨੂੰ ਜਾਂ ਸਾਨੂੰ ਪੂਰੇ ਸੰਯੁਕਤ ਕਿਸਾਨ ਮੋਰਚੇ ਤੇ ਭਰੋਸਾ ਹੈ, ਫਿਰ ਉਸ ਤੋਂ ਬਾਅਦ ਸਵਾਲ ਹੋ ਸਕਦਾ ਹੈ। ਇੱਕ ਹੈ ਕਿ ਜੇ ਕਿਸੇ ਨੂੰ ਭਰੋਸਾ ਹੀ ਨਹੀਂ ਹੈ ਤਾਂ ਉਸ ਤੋਂ ਬਾਅਦ ਤਾਂ ਮਾਇਨੇ ਖਤਮ ਹੋ ਜਾਂਦੇ ਆ। ਮੈਂ ਗੱਲ ਕਹਾਂ ਜੀ, ਇੱਥੇ 50% ਨੌਜਵਾਨਾਂ ਨੂੰ ਭਰੋਸਾ ਨਹੀਂ ਸੀਗਾ। ਮੈਂ ਕਿਹਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਆ। ਮੇਰੇ ਨਾਲ ਆਗੂ ਆਏ ਸਨ, ਪੈਦਾ ਕੀਤਾ ਫਿਰ ਉਹ। ਮੇਰੇ ਕਿਸਾਨਾਂ ਦੇ ਨਾਲ ਜਿਹੜੇ ਮੇਰੇ ਜਥੇਬੰਦੀ ਚ ਟਰਾਲੀਆਂ ਲੈ ਕੇ ਆਏ ਨੇ, ਉਹਨਾਂ ਚ ਨੌਜਵਾਨ ਕੋ ਕਹਿੰਦੇ ਸਨ ਵੀ ਆਗੂ ਕਿਤੇ ਪਿੱਛੇ ਨੂੰ ਨਾ ਮੋੜਨ। ਭਰੋਸਾ ਨਹੀਂ ਸੀ, ਪੈਦਾ ਕੀਤਾ ਉਹਨਾਂ ਚ ਜਜ਼ਬਾ, ਉਹਨਾਂ ਨੂੰ ਵਿਖਾਇਆ ਕਿ ਆਪਾਂ ਜਿੱਤ ਵੱਲ ਜਾ ਰਹੇ ਹਾਂ ਤੇ ਉਹ ਮੰਨ ਗਏ ਨੇ। ਅੱਜ ਉਹ ਕਹਿੰਦੇ ਨੇ ਕਿ ਤੁਸੀਂ ਹੁਕਮ ਜੋ ਕਰੋਗੇ ਅਸੀਂ ਇੱਕ ਸਟੈਪ ਵੀ ਨਹੀਂ ਉਹ ਤੋਂ ਅੱਗੇ ਜਾਵਾਂਗੇ। ਇਹ ਦੇਖੋ ਗੱਲ ਸਿੱਧੀ ਸਪਸ਼ਟ ਇੱਕ ਹੈ, ਇਹ ਤਜਰਬੇ ਤੋਂ ਕਮੀ ਹੁੰਦੀ ਆ ਵੀ ਜਿਹੜਾ ਭਰੋਸਾ ਨਾ ਕਰਨਾ। ਜੇ ਤਾਂ ਇਹਨਾਂ ਆਗੂਆਂ ਨੇ ਅੱਜ ਤੱਕ ਨਾ ਜਿੱਤਿਆ ਹੋਵੇ, ਨਾ ਜਿੱਤ ਪ੍ਰਾਪਤ ਕੀਤੀ ਹੋਵੇ, ਇਹ ਅੰਦੋਲਨਕਾਰੀ ਨਾ ਹੋਣ, ਇਹ ਅੰਦੋਲਨ ਅੱਜ ਤੱਕ ਇਹਨਾਂ ਨੇ ਹਾਰ ਕੇ ਆਏ ਹੋਣ, ਤੇ ਫੇਰ ਤਾਂ ਉਹ ਬੇਭਰੋਸਗੀ ਹੋਵੇ। ਜਦ ਅਸੀਂ ਕਹਿੰਦੇ ਆ ਕਿ ਅਸੀਂ ਅੰਦੋਲਨਾਂ 'ਚ ਜਿੱਤ ਪ੍ਰਾਪਤ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ। ਜਿਵੇਂ ਮਨਜੀਤ ਸਿੰਘ ਧਨੇਰ ਵਾਲਾ ਕਿੱਡਾ ਵੱਡਾ ਅੰਦੋਲਨ ਸੀਗਾ, ਜਿਵੇਂ ਤੁਸੀਂ ਗੰਨੇ ਦੀ ਗੱਲ ਕੀਤੀ ਹੈ, ਧਨੇਰ ਸਾਹਿਬ ਵਾਲਾ ਵੀ ਬਹੁਤ ਵੱਡਾ, ਉਹ ਵੀ ਇੱਕ ਵੱਡੀ ਜਿੱਤ ਸੀਗੀ। ਮੈਂ ਕਿਹਾ ਜੀ ਸਰਕਾਰਾਂ ਨੂੰ ਝੁਕਾਉਣਾ, ਬਿਜਲੀ ਦੇ ਬਿੱਲੇ ਮਾਫ ਕਰਾਉਣੇ ਹੈ ਨਾ ਜੀ, ਆਪਣੀ ਜਿਹੜੀਆਂ ਕੀਮਤਾਂ ਵਧਾਉਣੀਆਂ ਫਸਲਾਂ ਦੀਆਂ ਔਰ ਬਿਜਲੀ ਦੇ ਬਿੱਲ ਮਾਫ ਔਰ ਗੰਨੇ ਦੀ ਕੀਮਤ ਤੇ ਔਰ ਜਿਹੜੀ ਧਨੇਰ ਸਾਹਿਬ ਵਾਲੀ ਗੱਲ ਵੱਡੀ ਪ੍ਰਾਪਤੀ, ਕਿਉਂਕਿ ਉਹ ਇੱਕ ਜਥੇਬੰਦੀ ਨੇ ਲੜੀ ਜਾਦੇ। ਔਰ ਇਹ ਦੇਖੋ ਹੁਣ ਤਾਂ ਜਥੇਬੰਦੀਆਂ ਸਾਰੀਆਂ ਸ਼ਾਮਲ ਨੇ, ਇੱਕ ਜਥੇਬੰਦੀ ਨੇ ਦੇਖੋ ਕੋਰਟ ਦੇ ਰਾਹੇ ਮੂੰਹ ਮੋੜ ਦਿੱਤੇ। ਜਿਹੜੇ ਕੋਰਟ ਦੇ ਫੈਸਲੇ ਉਹਨਾਂ ਦੇ ਮੂੰਹ ਮੋੜਤੇ। ਪਰ ਇਹ ਵੀ ਹੈ ਕਿ ਕਿਸੇ ਵੀ ਜਥੇਬੰਦੀ ਨੇ ਇਹੋ ਜਿਹਾ ਅੰਦੋਲਨ ਵੀ ਹੁਣ ਤੱਕ ਨਹੀਂ ਲੜਿਆ, ਕਿਸੇ ਆਗੂ ਨੇ। ਫਿਰ ਮੈਂ ਗੱਲ ਕਹਾਂ ਜੀ, ਇਹ ਗੱਲ ਨੂੰ ਆਪਾਂ ਇਸ ਗੱਲ ਨਾਲ ਤਾਂ ਨਹੀਂ ਜੋੜ ਸਕਦੇ। ਮੈਂ ਤਾਂ ਪੋਜ਼ਿਟਿਵਲੀ ਲੈ ਰਿਹਾ ਗੱਲ। ਨਹੀਂ, ਮੈਂ ਮੱਕੜ ਸਾਹਿਬ ਤੁਹਾਡੀ ਗੱਲ ਮੈਂ ਸਮਝਦਾ, ਮੈਂ ਬਹੁਤ ਪੋਜ਼ਿਟਿਵਲੀ ਲੈ ਰਿਹਾ। ਮੈਂ ਮੱਕੜ ਸਾਹਿਬ ਤੁਹਾਡੀ ਗੱਲ ਦਾ ਸਤਿਕਾਰ ਕਰਦਾ, ਤੁਹਾਡਾ ਫਰਜ਼ ਹੈ ਕੁਐਸਚਨ ਕਰਨਾ, ਪਰ ਮੈਂ ਇਸ ਗੱਲ ਦਾ ਜਵਾਬ ਵੀ ਦੇਣਾ ਚਾਹੁੰਦਾ। ਆਪਾਂ ਇਸ ਗੱਲ ਨੂੰ ਇਸ ਨਾਲ ਵੀ ਨਹੀਂ ਜੋੜ ਸਕਦੇ ਕਿ ਐਡਾ ਵੱਡਾ ਅੰਦੋਲਨ ਨਹੀਂ ਲੜਿਆ ਤੇ ਇਹ ਅੰਦੋਲਨ ਲੜਨ ਦੇ ਕਾਬਿਲ ਨਹੀਂ। ਇਹ ਗੱਲ ਨਹੀਂ ਹੈ। ਪੰਜਾਬ, ਮੈਂ ਇਹ ਨਹੀਂ ਕਹਿ ਰਿਹਾ ਕਾਬਿਲ ਨਹੀਂ ਹੈ, ਪੰਜਾਬ ਦੇ ਖੂਨ ਨਹੀਂ। ਮੈਂ ਤੁਹਾਡੀ, ਤੁਸੀਂ ਨਹੀਂ ਕਿਹਾ, ਪਰ ਮੈਂ ਤੁਹਾਡੇ ਜਿਹੜਾ ਸਵਾਲ ਦਾ ਵਿੱਚੋਂ ਭਾਵੰਤਰ ਨਿਕਲਦਾ ਮੈਂ ਉਹਦਾ ਜਵਾਬ ਦੇ ਰਿਹਾ। ਇਹਦਾ ਗੱਲ ਕਿੰਨਾ ਕਿਹਾ ਕਿ ਹਰ ਇੱਕ ਜਿਹੜਾ ਬੱਚਾ ਪਹਿਲਾਂ ਕਿਵੇਂ ਹੁੰਦਾ, ਰੁੜਨਾ ਸਿੱਖਦਾ, ਫਿਰ ਉਹ ਖੜਨਾ ਸਿੱਖਦਾ, ਫਿਰ ਉਹ ਪੈਰ ਪੱਟਦਾ, ਹੌਲੀ ਹੌਲੀ ਦੌੜਦਾ, ਤੇ ਫਿਰ ਇਹਦੇ ਵਿੱਚੋਂ ਮਿਲਖਾ ਸਿੰਘ ਵਰਗੇ ਦੌੜਾਕ ਨਿਕਲਦੇ ਆ ਨਾ। ਤੇ ਹੁਣ ਇਹਦੇ ਵਿੱਚੋਂ ਵੀ ਅੰਦੋਲਨ ਚੋਂ ਅੰਦੋਲਨਕਾਰੀ ਨਿਕਲਣਗੇ ਨਾ। ਆ ਸਾਡੇ ਬਜ਼ੁਰਗ ਆਗੂ ਖੜੇ ਨੇ, ਇਹਨਾਂ ਨੇ ਸਾਨੂੰ ਸੇਧ ਦਿੱਤੀ ਹੈ ਤੇ ਇਹਨਾਂ ਨੇ ਸਾਨੂੰ ਦੌੜਨਾ ਸਿਖਾਇਆ, ਤੇ ਹੁਣ ਜਿੱਤ ਕੇ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਤੁਸੀਂ ਘਬਰਾਓ ਨਾ, ਤੁਸੀਂ ਸਾਡੇ ਬਜ਼ੁਰਗ ਥਾਪੜਾ ਰੱਖੋ, ਸਾਡੇ ਤੇ ਹੌਸਲਾ ਰੱਖੋ, ਤੁਸੀਂ ਸਾਡਾ ਸਾਥ ਦੇ ਰਹੇ ਹੋ ਤੇ ਸਾਨੂੰ ਇਹ ਆਸ਼ੀਰਵਾਦ ਦਿੰਦੇ ਰਹੋ ਤੇ ਜਿੱਤ ਕੇ ਅਸੀਂ ਲੈ ਕੇ ਜਾਵਾਂਗੇ। ਕੋਈ ਐਸੀ ਗੱਲ ਨਹੀਂ। ਬਹੁਤ ਧੰਨਵਾਦ ਰਾਏ ਸਾਹਿਬ ਗੱਲਬਾਤ ਕਰਨ ਤੁਹਾਡਾ ਜੀ। ਔਨ ਏਰੀਆ ਇਹ ਟੀਵੀ ਦਾ ਔਨ ਏਅਰ ਹੈਗਾ ਨਾ ਜੀ, ਔਨ ਏਅਰ ਟੀਵੀ ਦਾ। ਮੈਂ ਮੱਕੜ ਸਾਹਿਬ ਤੁਹਾਡਾ ਨਾਂ ਤੇ ਜਾਣਦਾ ਚੰਗੀ ਤਰ੍ਹਾਂ, ਕਿਉਂਕਿ ਤੁਸੀਂ ਉਸ ਦਿਨ ਦੇ ਇੱਥੇ ਵਿੱਚ ਸ਼ਾਮਲ ਹੋ, ਤੁਹਾਡਾ ਬੜਾ ਯੋਗਦਾਨ ਹੈ। ਜਿਵੇਂ ਕਿ ਬਾਕੀ ਮੀਡੀਆ ਜਿਹੜਾ ਮੈਂ ਕਹਿ ਦਵਾਂਗਾ, ਖਾਸ ਕਰ ਜਿਹੜਾ ਵਿਕਿਆ ਹੋਇਆ ਮੀਡੀਆ ਨੈਸ਼ਨਲ, ਤੇ ਉਹ ਮੀਡੀਆ ਨੇ ਸਾਨੂੰ ਕਿਤੇ ਨਾ ਕਿਤੇ ਥੱਲੇ ਸੁੱਟਣ ਦੀ ਗੱਲ ਕੀਤੀ, ਪਰ ਤੁਸੀਂ ਸਾਡੀ ਗੱਲ ਪੂਰੇ ਵਰਲਡ 'ਚ ਲੈ ਗਏ ਹੋ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਉਦੋਂ ਜਿੱਤ ਕੇ ਜਾਵਾਂਗੇ ਨਾ, ਫਿਰ ਦੇਖਿਓ ਪੰਜਾਬ ਤੁਹਾਨੂੰ ਕਿਵੇਂ ਆਪਣੇ ਅੱਖਾਂ ਤੇ ਬਿਠਾਉਂਦਾ। ਔਰ ਇਹ ਬਿਲਕੁਲ ਅਸੀਂ ਇਹ ਕਵਾਂਗੇ ਵੀ ਤੁਹਾਡੇ ਅਸੀਂ ਧੰਨਵਾਦੀ ਹਾਂ। ਬਹੁਤ ਧੰਨਵਾਦ। ਸੋ ਬੜੀ ਸਾਰਥਕ ਚਰਚਾ ਇਹਨਾਂ ਸਾਰਿਆਂ ਵਿਸ਼ਿਆਂ ਦੇ ਉੱਤੇ ਹੋਈ ਹੈ ਕਿ ਅਕਸਰ ਕਿਸ ਵਿਚਾਰਧਾਰਾ ਦੇ ਨਾਲ ਸਟੇਜ ਚੱਲਦੀ ਹੈ। ਬੜੇ ਸਵਾਲ ਸੀ ਕਿ ਜਿਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਉਹ ਕਿਉਂ ਨਹੀਂ ਬੋਲਣ ਦਿੱਤਾ ਜਾਂਦਾ। ਖਾਸ ਤੌਰ ਤੇ ਦੀਪ ਸਿੱਧੂ ਦੀ ਗੱਲ ਹੋਈ ਤਾਂ ਜਵਾਬ ਜਿਹੜੇ ਆ ਮਨਜੀਤ ਸਿੰਘ ਰਾਏ ਸਾਹਿਬ ਨੇ ਬਹੁਤ ਸਾਰਥਕ ਤਰੀਕੇ ਦੇ ਨਾਲ ਦਿੱਤੇ। ਕੈਮਰਾ ਪਰਸਨ ਕਮਲ ਦੇ ਨਾਲ ਸਿਮਰਨਜੋਤ ਸਿੰਘ, ਔਨ 에ਅਰ, ਸਿੰਘੂ ਬਾਰਡਰ।